वाहिगुरु जी का खालसा वाहिगुरु जी की फतेह। दुख दारू सुख रोग पया, जा सुख ताम ना होई। हजूर कहते ने कि ए अकाल पुरख वाहिगुरु, मैं तेरे तो बलिहार जांदा हाँ। कुदरत दे विच जिहड़ा मालिक वस रहा है, बलिहारी कुदरत वसिया। तेरा अंत ना जाई लख्या, ऐ वाहिगुरु तेरा अंत नहीं पाया जा सकता। और इस श्लोक की खासियत यह है, आपां लगभग गुरु ग्रंथ साहिब महाराज दे विच जिन्नियां भी वारां पढ़ते हैं, उन्हां दे विचों 2 वारां इदां दियां ने जिन्हां दे विच रहाऊ दी पंक्ति आउंदी है। बाकी 22 वारां दे विचों 20 वारां इदां दियां ने जिन्हां दे विच रहाऊ दी पंक्ति नहीं आउंदी। उहदे विचों भी जिहड़ी रामकली की वार है, उहदे विच एक पंक्ति आउंदी है, वाह वाह सच्चे पातशाह तू सच्ची नाई। ਉਹ ਰਹਾਉ ਦੀ ਪੰਕਤੀ ਪੌੜੀ ਦੇ ਨਾਲ ਹੈ ਤੇ ਵਾਰ ਜਿਹੜੀ ਹੁੰਦੀ ਹੈ ਉਹ ਪੌੜੀ ਦਾ ਰੂਪ ਮੰਨੀ ਜਾਂਦੀ ਹੈ। ਇਹ ਜਿਹੜੀ ਆਸਾ ਕੀ ਵਾਰ ਦੇ ਵਿੱਚ ਇਹ ਜਿਹੜਾ ਸ਼ਲੋਕ ਹੈ, ਇਹਦੇ ਨਾਲ ਰਹਾਉ ਆਈ ਹੈ। ਇਹ ਸ਼ਲੋਕ ਹੈ, ਪੌੜੀ ਦੇ ਨਾਲ ਰਹਾਉ ਨਹੀਂ ਹੈ, ਪਰ ਫਿਰ ਵੀ ਕਿਉਂਕਿ ਵਾਰ ਦੇ ਵਿੱਚ ਹੈ ਰਹਾਉ, ਇਸ ਕਰਕੇ ਤੁਸੀਂ ਬਾਕੀ ਸ਼ਲੋਕ ਵੀ ਪੜ੍ਹੋਗੇ, ਸ਼ਲੋਕਾਂ ਦੇ ਵਿੱਚ ਰਹਾਉ ਨਹੀਂ ਆਉਂਦਾ, ਸ਼ਬਦਾਂ ਦੇ ਵਿੱਚ ਰਹਾਉ ਆਉਂਦਾ ਹੈ। ਇੱਥੇ ਸ਼ਲੋਕ ਹੈ, ਸ਼ਲੋਕ ਮਹਿਲਾ ਪਹਿਲਾ, ਤੇ ਇਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਇਹਦਾ ਮਤਲਬ ਹੈ ਕਿ ਇਹਨੂੰ ਅਸੀਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਹਜ਼ੂਰ ਕਹਿੰਦੇ ਨੇ, ਐ ਅਕਾਲ ਪੁਰਖ ਵਾਹਿਗੁਰੂ ਤੂੰ ਕੁਦਰਤ ਦੇ ਵਿੱਚ ਵਸਦਾ ਪਿਆ ਹੈ ਤੇ ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਦੇਖੋ, ਇੱਕ ਤੇ ਉਹ ਪਾਸਾ ਹੈ ਜਿਹਨੂੰ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਮਰਦ ਕਹਿੰਦੇ ਨੇ ਕਿ ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ, ਦੇਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ, ਕਿਸੇ ਵੀ ਤਰੀਕੇ ਨਾਲ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਤੇ ਇੱਕ ਉਹ ਪਾਸਾ ਹੈ ਜਿਹੜਾ ਬੇਅੰਤਤਾ ਦੇ ਬਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਅੰਦਰ ਬੋਲਿਆ ਹੈ। ਪਰ ਇੱਥੇ ਜਿਹੜਾ ਸਤਿਗੁਰੂ ਗੱਲ ਕਰਦੇ ਪਏ ਨੇ, ਮਹਾਰਾਜ ਨੇ ਨਾਲ ਦੱਸ ਦਿੱਤਾ ਹੈ ਕਿ ਮਾਲਕ ਤੇਰੀ ਖੇਡ ਹੀ ਇੱਦਾਂ ਦੀ ਹੈ ਕਿ ਬੰਦਾ ਸੋਚਦਾ ਕੁਝ ਹੋਰ ਹੈ ਪਰ ਹੋ ਉਹਦੇ ਲਈ ਕੁਝ ਹੋਰ ਜਾਂਦਾ ਹੈ। ਬੰਦਿਆਂ ਦੇ ਸਾਡੇ ਖਿਆਲ ਕੁਝ ਹੋਰ ਨੇ, ਪਰ ਉਹ ਸਾਡੇ ਬਣਾਏ ਹੋਏ ਖਿਆਲਾਂ ਦਾ ਜਦੋਂ 10 ਸਾਲਾਂ ਬਾਅਦ 15 ਸਾਲਾਂ ਬਾਅਦ ਰਿਜ਼ਲਟ ਆਉਣਾ ਸ਼ੁਰੂ ਹੁੰਦਾ ਹੈ, ਫਿਰ ਬਹੁਤਿਆਂ ਨੂੰ ਸਾਡੇ ਵਿੱਚੋਂ ਇੰਝ ਲੱਗਦਾ ਵੀ ਅਸੀਂ ਬਹੁਤ ਕੁਝ ਗਲਤ ਕਰਦੇ ਰਹੇ ਹਾਂ ਜਾਂ ਸਾਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਪਰ ਉਹਦੇ ਨਾਲ ਕੀ ਹੋ ਗਿਆ, ਹੁਣ ਤੇ ਜੋ ਬੀਜਿਆ ਸੀ ਹੁਣ ਉਹੀ ਵੱਢਦੇ ਪਏ ਹਾਂ। ਜੋ ਹੁਣ ਬੀਜਦੇ ਪਏ ਹਾਂ ਉਹ ਅੱਗੇ ਜਾ ਕੇ ਫਲ ਦੇਵੇਗਾ, ਪਰ ਜੋ ਪਹਿਲਾਂ ਬੀਜਿਆ ਹੈ ਉਦੋਂ ਜੇ ਅਸੀਂ ਸਮਝ ਦੇ ਵਿੱਚ ਨਹੀਂ ਸੀ ਤੇ ਬੀਜਿਆ ਫਲ ਨਾ ਦੇਵੇ, ਇੱਦਾਂ ਤੇ ਫਿਰ ਹੋ ਨਹੀਂ ਸਕਦਾ। ਭਾਵੇਂ ਭੁਲੇਖੇ ਦੇ ਵਿੱਚ ਬੀਜ ਦਿੱਤਾ ਤੇ ਭਾਵੇਂ ਜਾਣ ਬੁੱਝ ਕੇ ਬੀਜਿਆ ਗਿਆ, ਜੋ ਬੀਜਿਆ ਹੈ ਉਹ ਅੱਗੇ ਤੇ ਆਵੇਗਾ ਹੀ ਆਵੇਗਾ। ਇਹ ਕੁਦਰਤ ਦਾ ਨਿਯਮ ਹੈ। ਹੁਣ ਸਤਿਗੁਰੂ ਕੀ ਕਹਿ ਰਹੇ ਨੇ ਵੀ ਮਹਾਰਾਜ ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਉਹਦੇ ਬਾਰੇ ਵੇਖੋ ਸਤਿਗੁਰੂ ਨੇ ਗੱਲ ਕਿਹੜੀ ਕੀਤੀ ਹੈ। ਇਹ ਗੱਲ ਨਾ ਹੈਰਾਨੀ ਵਾਲੇ ਪਾਸੇ ਦੀ ਹੈ। ਅਸੀਂ ਸਾਰੇ ਹੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਚਾਹੇ ਧਾਰਮਿਕ ਜ਼ਿੰਦਗੀ ਜੀਣ ਵਾਲੇ ਹਾਂ, ਚਾਹੇ ਧਾਰਮਿਕ ਜ਼ਿੰਦਗੀ ਨਹੀਂ ਜੀਣ ਵਾਲੇ, ਕੋਈ ਵੀ ਬੰਦਾ ਹੈ, ਸਾਰਿਆਂ ਦੇ ਦਿਲ ਦੇ ਵਿੱਚ ਨਾ ਇੱਕ ਖਿਆਲ ਹੈ ਵੀ ਸੁੱਖ ਹੋਵੇ, ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਹੋਵੇ ਬਸ। ਕੋਈ ਪੈਸੇ ਨਾਲ ਸੁੱਖ ਲੈਣਾ ਚਾਹੁੰਦਾ ਹੈ, ਕੋਈ ਪੈਸੇ ਤੋਂ ਬਿਨਾਂ ਇੱਦਾਂ ਕਹਿ ਲਈਏ ਵੀ ਅਧਿਆਤਮਿਕ ਜ਼ਿੰਦਗੀ ਜੀ ਕੇ ਸੁੱਖ ਲੈਣਾ ਚਾਹੁੰਦਾ ਹੈ। ਸੁੱਖ ਦੇ ਤਰੀਕੇ ਵੱਖਰੇ ਹੋ ਸਕਦੇ ਨੇ। ਕੋਈ ਆਪਣੀ ਭੁੱਖ ਨੂੰ ਸ਼ਾਂਤ ਕਰਕੇ ਸੁੱਖ ਲੈਣਾ ਚਾਹੁੰਦਾ ਹੈ। ਪਰ ਕਿਤੇ ਕਿਤੇ ਵੇਖਿਓ ਸਾਡੇ ਸਾਰਿਆਂ ਦੀ ਸੋਚ ਬੜੀ ਦੂਰ ਦੇ ਉੱਤੇ ਜਾ ਕੇ ਇਹੀ ਹੈ ਵੀ ਅਸੀਂ ਸੁੱਖ ਲੈਣਾ ਹੈ। ਜੇ ਸਾਨੂੰ ਪੁੱਛਿਆ ਜਾਵੇ ਵੀ ਕਿਉਂ ਪੜ੍ਹਦੇ ਪਏ ਹਾਂ, ਇਸ ਕਰਕੇ ਅਸੀਂ ਬਹੁਤਾ ਨਹੀਂ ਪੜ੍ਹਦੇ ਪਏ ਵੀ ਚੰਗੇ ਇਨਸਾਨ ਬਣ ਜਾਈਏ, ਅਸੀਂ ਬਹੁਤਾ ਇਸ ਕਰਕੇ ਪੜ੍ਹਦੇ ਪਏ ਹਾਂ ਵੀ ਚੰਗੀ ਨੌਕਰੀ ਕਰ ਲਵਾਂਗੇ। ਔਰ ਖਾਸ ਕਰਕੇ ਜਦੋਂ ਅਸੀਂ ਸੀਨੀਅਰ ਸੈਕੰਡਰੀ ਕ੍ਰੋਸ ਕਰਦੇ ਨੇ, ਫਿਰ ਤਾਂ ਸਾਡੀ ਲਾਈਨ ਹੀ ਇਹ ਹੁੰਦੀ ਹੈ ਵੀ ਕਮਾਈ ਕਰਨੀ ਹੈ, ਉਸ ਨੂੰ ਮੁੱਖ ਰੱਖ ਕੇ ਫਿਰ ਅਸੀਂ ਪੜ੍ਹਾਈ ਦੇ ਵਿੱਚ ਕਦਮ ਪਾਉਂਦੇ ਹਾਂ। ਕਾਰਨ ਕੀ ਹੈ, ਸੁਰਤ ਦੇ ਵਿੱਚ ਇੱਕ ਗੱਲ ਵਸੀ ਪਈ ਹੈ, ਸੁੱਖ। ਔਰ ਸਾਡੇ ਦੇਸ਼ ਦੇ ਵਿੱਚ ਇੱਕ ਗੱਲ ਬੜੀ ਕਹੀ ਜਾਂਦੀ ਹੁੰਦੀ ਹੈ ਵੀ ਤੁਸੀਂ
ਹੁਣ ਔਖੇ ਹੋ ਜਾਓ, ਗਾਂ ਤੁਸੀਂ ਸੁਖੀ ਹੋ ਜਾਵੋਗੇ, ਗਾਂ ਸੌਖੇ ਹੋ ਜਾਵੋਗੇ। ਇਹਦੇ ਵਿੱਚੋਂ ਕੁਝ ਗੱਲਾਂ ਠੀਕ ਵੀ ਨੇ ਪਰ ਸਾਰੀਆਂ ਠੀਕ ਵੀ ਨਹੀਂ ਨੇ। ਮਹਾਰਾਜ ਜੀ ਨੇ ਜਿਹੜਾ ਅੱਜ ਦਾ ਵਿਸ਼ਾ ਸਾਡੇ ਅੱਗੇ ਰੱਖਿਆ ਹੈ ਨਾ, ਉਹਦੇ ਦੋ ਚੀਜ਼ਾਂ ਮੈਨੂੰ ਮੁੱਖ ਤੌਰ ਦੇ ਉੱਤੇ ਸਾਹਮਣੇ ਨਜ਼ਰ ਆਉਂਦੀਆਂ ਨੇ ਵੀ ਸਤਿਗੁਰੂ ਨੇ ਇੱਕ ਤੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਹੈ ਵੀ ਭਾਈ ਦੁੱਖ ਜਿਹੜਾ ਹੈ ਉਹ ਆਉਂਦਾ ਕਿਉਂ ਹੈ, ਸਾਨੂੰ ਦੁੱਖ ਲੱਗਦਾ ਕਿਉਂ ਹੈ। ਦੁੱਖ ਚਾਹੁੰਦਾ ਤੇ ਕੋਈ ਵੀ ਨਹੀਂ। ਮੈਂ ਅਕਸਰ ਕਹਿੰਦਾ ਹੁੰਦਾ ਹਾਂ ਕਿ ਅਸੀਂ ਸਾਰੇ ਹੀ ਇੱਥੇ ਖਲੋ ਕੇ ਅਰਦਾਸ ਕਰਦੇ ਹਾਂ, ਤੁਹਾਡੇ ਨਾਲੋਂ ਜ਼ਿਆਦਾ ਤੇ ਅਸੀਂ ਕਰਦੇ ਹੋਵਾਂਗੇ ਨਾ। ਇੱਥੇ ਖਲੋ ਕੇ ਅਰਦਾਸ ਕੀਤੀ, ਘਰ ਅਰਦਾਸ ਕੀਤੀ, ਦੁਕਾਨ ਤੇ ਅਰਦਾਸ ਕੀਤੀ, ਹਰ ਕਾਰੋਬਾਰ ਦੇ ਵਿੱਚ ਕਿਸੇ ਵੀ ਬੰਦੇ ਨੇ ਅਰਦਾਸ ਕੀਤੀ। ਤੇ ਸਤਿਗੁਰੂ ਕਹਿੰਦੇ ਹੈਰਾਨੀ ਦੀ ਗੱਲ ਹੈ ਵੀ ਸਾਰੇ ਜਾਣੇ ਸੁੱਖ ਹੀ ਮੰਗਦੇ ਨੇ। ਆਪਾਂ ਪਹਿਲਾਂ ਵੀ ਇਸ ਗੱਲ ਨੂੰ ਵਿਚਾਰਿਆ ਹੈ। ਸਾਡੀ ਅਰਦਾਸ ਦੇ ਵਿੱਚ ਇੱਥੇ ਸੁਣ ਲੈਣਾ, ਬਹੁਤੀਆਂ ਥਾਵਾਂ ਦੇ ਉੱਤੇ ਇੱਕ ਚੀਜ਼ ਸਭ ਤੋਂ ਜ਼ਿਆਦਾ ਕਾਮਨ ਹੈ, ਕਿਹੜੀ? ਸੁੱਖ ਸ਼ਾਂਤੀ ਰੱਖਿਓ। ਮਤਲਬ ਕੀ ਹੈ? ਟਿਕਾ ਰੱਖਿਓ, ਚੜ੍ਹਦੀ ਕਲਾ ਰੱਖਿਓ। ਜੋ ਵੀ ਸਾਡਾ ਇੱਕ ਇੱਦਾਂ ਕਹਿ ਲਈਏ ਵੀ ਪੈਟਰਨ ਬਣ ਗਿਆ ਤੇ ਅਸੀਂ ਉਹਦੇ ਟਰੈਕ ਦੇ ਉੱਤੇ ਬਸ ਤੁਰੀ ਜਾ ਰਹੇ ਹਾਂ ਵੀ ਆਹ ਚੀਜ਼ ਮੰਗਣੀ ਹੀ ਮੰਗਣੀ ਹੈ, ਕਿਉਂਕਿ ਸਾਨੂੰ ਪਤਾ ਹੈ ਸਾਡੇ ਲਈ ਜ਼ਰੂਰੀ ਹੈ। ਔਰ ਸਤਿਗੁਰੂ ਕਹਿੰਦੇ ਨੇ ਤੁਸੀਂ ਇਸ ਚੀਜ਼ ਨੂੰ ਵੇਖੋ, ਅਸੀਂ ਸਾਰੇ ਭਾਵੇਂ ਕਿਸੇ ਵੀ ਲਾਈਫ ਨੂੰ ਜੀ ਰਹੇ ਹਾਂ, ਸੁੱਖ ਮੰਗਦੇ ਹਾਂ ਪਰ ਦੁੱਖ ਸਾਡੇ ਅੱਗੇ ਆ ਜਾਂਦਾ ਹੈ। ਮੰਗਿਆ ਸੁੱਖ ਹੈ। ਮੈਂ ਫਿਰ ਦੁਹਰਾ ਦੇਵਾਂ, ਜਿੰਨੇ ਦੁਨੀਆ ਦੇ ਲੋਕ ਨੇ ਇਹਨਾਂ ਨੇ ਮੰਗਿਆ ਕਿਸੇ ਨੇ ਨਹੀਂ ਸੀ ਵੀ ਸਾਨੂੰ ਦੁੱਖ ਆਵੇ, ਪਰ ਹੈਰਾਨੀ ਦੀ ਗੱਲ ਹੈ ਸਾਰੇ ਦੁਖੀ ਨੇ, ਕਿਸੇ ਨਾ ਕਿਸੇ ਤਰੀਕੇ ਦਾ ਦੁੱਖ ਹਰ ਇੱਕ ਬੰਦੇ ਨੂੰ ਹੈ। ਮੰਗਿਆ ਸੁੱਖ ਹੈ, ਆ ਅੱਗੇ ਦੁੱਖ ਗਿਆ ਹੈ। ਇਹਦਾ ਮਤਲਬ ਸਤਿਗੁਰੂ ਕੀ ਕਹਿੰਦੇ ਨੇ ਵੀ ਭਾਈ ਅਸੀਂ ਸਾਰੇ ਮੰਗਦੇ ਹਾਂ ਸੁੱਖ ਤੇ ਦੁੱਖ ਸਾਡੇ ਅੱਗੇ ਆ ਜਾਂਦਾ ਹੈ। ਮੈਂ ਅੱਗੇ ਗੁਰਬਾਣੀ ਦੀਆਂ ਪੰਕਤੀਆਂ ਸਾਂਝੀਆਂ ਕਰਾਂਗਾ। ਇਹ ਆਉਂਦਾ ਕਿਉਂ ਹੈ ਸਾਡੇ ਲਈ? ਦੂਸਰਾ ਪਾਸਾ, ਜਿਸ ਰੂਪ ਦੇ ਵਿੱਚ ਅਸੀਂ ਦੁੱਖ ਨੂੰ ਸਮਝਦੇ ਹਾਂ ਵੀ ਦੁੱਖ ਹੈ, ਕਿ ਵਾਕਿਆ ਦੁੱਖ ਐਡੀ ਬੁਰੀ ਚੀਜ਼ ਹੈ ਜਿੱਦਾਂ ਅਸੀਂ ਸਮਝਦੇ ਹਾਂ, ਜਾਂ ਸਾਡੇ ਸਾਹਮਣੇ ਦੁੱਖ ਨੂੰ ਬਣਾ ਦਿੱਤਾ ਗਿਆ ਹੈ ਵੀ ਦੁੱਖ ਤੇ ਬੜੀ ਬੇਕਾਰ ਚੀਜ਼ ਹੈ, ਦੁੱਖ ਤੇ ਬੜੀ ਬੁਰੀ ਚੀਜ਼ ਹੈ, ਇਹ ਤੇ ਬੰਦੇ ਦੀ ਜ਼ਿੰਦਗੀ ਦੇ ਨੇੜੇ ਹੋਣਾ ਹੀ ਨਹੀਂ ਚਾਹੀਦਾ। ਹੁਣ ਦੋ ਚੀਜ਼ਾਂ ਨੇ ਸਾਡੇ ਸਾਹਮਣੇ। ਪਹਿਲੀ ਗੱਲ ਤੇ ਇਹ ਵੀ ਮੰਗਦੇ ਹਾਂ ਅਸੀਂ ਸੁੱਖ ਪਰ ਦੁੱਖ ਬਣ ਜਾਂਦਾ ਸਾਡੇ ਅੱਗੇ। ਦੂਸਰੀ ਗੱਲ ਇਹ ਹੈ ਵੀ ਜੇ ਦੁੱਖ ਸਾਡੀ ਜ਼ਿੰਦਗੀ ਦੇ ਵਿੱਚ ਲੱਗਾ ਹੈ ਤੇ ਇੱਕ ਸਿਧਾਂਤ ਤੇ ਇਹ ਹੈ ਵੀ ਸਾਰਾ ਕੁਝ ਰੱਬ ਨੇ ਪੈਦਾ ਕੀਤਾ ਹੈ, ਤੇ ਜੇ ਰੱਬ ਨੇ ਸੁੱਖ ਪੈਦਾ ਕੀਤਾ ਤੇ ਫਿਰ ਦੁੱਖ ਵੀ ਰੱਬ ਨੇ ਪੈਦਾ ਕੀਤਾ ਹੈ। ਤੇ ਜੇ ਦੁੱਖ ਰੱਬ ਨੇ ਪੈਦਾ ਕੀਤਾ ਹੈ ਤੇ ਐਡੀ ਬੁਰੀ ਚੀਜ਼ ਤੇ ਫਿਰ ਹੋ ਨਹੀਂ ਸਕਦੀ ਵੀ ਅਸੀਂ ਕਹਿ ਦਈਏ ਵੀ ਦੁੱਖ ਜਿਹੜਾ ਹੈ ਉਹ ਤੇ ਹੋਣਾ ਹੀ ਨਹੀਂ ਸੀ ਚਾਹੀਦਾ ਜ਼ਿੰਦਗੀ ਦੇ ਵਿੱਚ। ਇਹ ਸਾਡੇ ਸਾਰਿਆਂ ਦੀ ਸੋਚ ਹੈ। ਤੁਸੀਂ ਵੇਖ ਲੈਣਾ, ਸਾਡੇ ਪਾਠ, ਸਾਡੀ ਪੂਜਾ, ਸਾਡੇ ਜਪ ਤਪ, ਇਹ ਜੋ ਕੁਝ ਹੈ ਨਾ, ਇਹ ਸਾਰਾ ਇਸ ਕਰਕੇ ਹੈ ਕਿ ਅਸੀਂ ਸੁਖੀ ਹੋ ਜਾਈਏ, ਅਸੀਂ ਸੌਖੇ ਹੋ ਜਾਈਏ, ਹੋਰ ਕੁਝ ਵੀ ਨਹੀਂ ਹੈ ਇਹਦੇ ਤੋਂ ਵੱਧ। ਤੇ ਇਸੇ ਕਰਕੇ ਅਸੀਂ ਪਹਿਲਾਂ ਇਸ ਗੱਲ ਤੋਂ ਵਿਚਾਰ ਸ਼ੁਰੂ ਕਰਨੀ ਹੈ। ਸਤਿਗੁਰੂ ਕਹਿੰਦੇ ਨੇ ਦੁੱਖ ਐਡੀ ਬੁਰੀ ਚੀਜ਼ ਨਹੀਂ ਹੈ। ਦੁੱਖ ਇਨਸਾਨ ਦਾ ਦਾਰੂ ਬਣ ਜਾਂਦਾ ਹੈ। ਦਾਰੂ ਲਫ਼ਜ਼ ਜਿਹੜਾ ਹੈ ਨਾ, ਵੈਸੇ ਫਾਰਸੀ ਦੇ ਵਿੱਚੋਂ ਆਇਆ ਹੈ। ਉਹਦਾ ਅਰਥ ਹੁੰਦਾ ਹੈ ਇਲਾਜ। ਇੱਥੇ ਦਾਰੂ ਦੇ ਅਰਥ ਕੁਝ ਗਲਤ ਵੀ ਕਰ ਦਿੱਤੇ ਜਾਂਦੇ ਨੇ, ਸ਼ਰਾਬ ਵਾਲੇ ਪਾਸੇ ਤੋਂ ਵੀ ਅਰਥ ਕੀਤੇ ਜਾਂਦੇ ਨੇ। ਪਰ ਤੁਸੀਂ ਪੁਰਾਣੇ ਬਜ਼ੁਰਗਾਂ ਨੂੰ ਸੁਣ ਕੇ ਵੇਖੋਗੇ, ਉਹ ਕਹਿਣਗੇ ਵੀ ਦਵਾ ਦਾਰੂ ਕਰਨਾ, ਮਤਲਬ ਕੋਈ ਇਲਾਜ ਲਈ ਤਰੀਕਾ ਵਰਤਿਆ ਜਾਣਾ। ਹੁਣ ਸਤਿਗੁਰੂ ਕੀ ਕਹਿੰਦੇ ਨੇ? ਅਸੀਂ ਕਹਾਂਗੇ ਵੀ ਦੁੱਖ ਬੜੀ ਬੁਰੀ ਚੀਜ਼ ਹੈ, ਤੇ ਮਹਾਰਾਜ ਜੀ ਕੀ ਕਹਿੰਦੇ ਨੇ? ਦੁੱਖ ਜਿਹੜਾ ਨਾ ਉਹ ਇਲਾਜ ਹੈ ਬੰਦੇ ਦਾ। ਹੁਣ ਸਤਿਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਜੇ ਅਸੀਂ ਸਮਝਦੇ ਹਾਂ ਇਸ ਚੀਜ਼ ਨੂੰ, ਤੇ ਮਹਾਰਾਜ ਇੱਥੋਂ ਨਹੀਂ ਗੱਲ ਸ਼ੁਰੂ ਕਰਦੇ ਵੀ ਦੁੱਖ ਬੁਰਾ ਹੈ। ਸਤਿਗੁਰੂ ਕਹਿੰਦੇ ਦੁੱਖ ਤੇ ਦਵਾਈ ਹੈ, ਦੁੱਖ ਤੇ ਤੁਹਾਡਾ ਇਲਾਜ ਹੈ, ਦੁੱਖ ਤੇ ਤੁਹਾਡੇ ਲਈ ਚੰਗੀ ਚੀਜ਼ ਹੈ। ਇਹਦਾ ਮਤਲਬ ਇਹ ਨਾ ਸਮਝ ਲੈਣਾ ਵੀ ਮੈਂ ਕਹਿ ਰਿਹਾ ਵੀ ਕੱਲ੍ਹ ਨੂੰ ਇਹਨੂੰ ਛੱਡ ਕੇ ਤੇ ਆਪਾਂ ਦੁੱਖ ਮੰਗਣਾ ਸ਼ੁਰੂ ਕਰ ਦਈਏ, ਉਹ ਸਾਡੇ ਲਈ ਫਿਰ ਦੁੱਖ ਹੀ ਬਣ ਜਾਵੇਗਾ, ਸਾਡੇ ਲਈ ਦਿੱਕਤ ਹੀ ਪੈਦਾ ਕਰੇਗਾ। ਕਿਉਂਕਿ ਸਾਡੀ ਜਿਹੜੀ ਸਮਝ ਦਾ ਇੱਕ ਲੈਵਲ ਹੈ ਉਹ ਇੱਥੇ ਆ ਕੇ ਸ਼ੁਰੂ ਹੋ ਰਿਹਾ ਹੈ। ਮਰਦ ਕਹਿੰਦੇ ਨੇ ਨਾਨਕ ਬੋਲਣ ਚਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਿਆ ਜਾਏ ਮਨੁੱਖ। ਅਸੀਂ ਸਿਰਫ ਸੁੱਖ ਮੰਗਦੇ ਹਾਂ, ਸੁੱਖ ਦੇ ਨਾਲ ਹੀ ਦੁੱਖ ਸਾਡੀਆਂ ਝੋਲੀਆਂ ਦੇ ਵਿੱਚ ਡਿੱਗੀ ਜਾ ਰਿਹਾ ਹੈ। ਪਹਿਲੀ ਗੱਲ ਤੇ ਸਤਿਗੁਰੂ ਕੀ ਕਹਿੰਦੇ ਨੇ? ਦੁੱਖ ਦਾਰੂ। ਦੁੱਖ ਜਿਹੜਾ ਨਾ ਇਨਸਾਨ ਦੇ ਲਈ ਇਲਾਜ ਬਣ ਜਾਂਦਾ ਹੈ, ਤੇ ਦੂਸਰਾ ਪਾਸਾ ਸੁੱਖ ਰੋਗ ਪਿਆ, ਤੇ ਜਿਹੜਾ ਸੁੱਖ ਹੈ ਨਾ ਉਹ ਇਨਸਾਨ ਲਈ ਬਿਮਾਰੀ ਬਣ ਜਾਂਦਾ ਹੈ।
ਇੱਥੇ ਸਾਡੀ ਥਿੰਕਿੰਗ ਦੇ ਨਾਲੋਂ ਗੱਲ ਹੀ ਬੜੀ ਵੱਖਰੀ ਹੋ ਰਹੀ ਹੈ। ਇੱਥੇ ਅਸੀਂ ਚਾਹੁੰਦੇ ਹਾਂ ਵੀ ਸੁੱਖ ਜਿਹੜਾ ਹੈ ਉਹ ਸਾਡੀ ਜ਼ਿੰਦਗੀ ਦਾ ਇਲਾਜ ਹੈ ਅਤੇ ਦੁੱਖ ਸਾਡੀ ਜ਼ਿੰਦਗੀ ਦੀ ਬਿਮਾਰੀ ਹੈ। ਮਹਾਰਾਜ ਕੀ ਕਹਿੰਦੇ ਨੇ, ਸੁੱਖ ਜਿਹੜਾ ਹੈ ਉਹ ਸਾਡੀ ਜ਼ਿੰਦਗੀ ਦੀ ਬਿਮਾਰੀ ਹੈ ਅਤੇ ਦੁੱਖ ਸਾਡੀ ਜ਼ਿੰਦਗੀ ਦਾ ਇਲਾਜ ਹੈ। ਹਰ ਵਾਰ ਨਹੀਂ ਹੁੰਦਾ ਇੱਦਾਂ, ਇਹਨੂੰ ਇਹ ਵੀ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ ਵੀ ਹਰ ਵਾਰ ਹੀ ਇੱਦਾਂ ਹੋ ਜਾਵੇ, ਹਰ ਵਾਰ ਨਹੀਂ ਹੈ, ਪਰ ਬਹੁਤੀ ਵਾਰ ਇੱਦਾਂ ਹੀ ਹੁੰਦਾ ਹੈ। ਮੈਂ ਫਿਰ ਉੱਥੋਂ ਗੱਲ ਸ਼ੁਰੂ ਕਰਾਂਗਾ, ਫਿਰ ਅਸੀਂ ਸਤਿਗੁਰੂ ਦੀ ਇੱਕ ਬਾਣੀ ਦਾ ਬਚਨ ਲੈ ਕੇ ਚੱਲਾਂਗੇ, ਉਹਦੇ ਵਿੱਚ ਸਾਡੀ ਗੱਲ ਕਲੀਅਰ ਹੋ ਜਾਵੇਗੀ। ਜਿੰਨਿਆਂ ਨੇ ਸਮੇਤ ਮੇਰੇ ਮੰਗਿਆ ਸੁੱਖ। ਸਤਿਗੁਰੂ ਕਹਿੰਦੇ ਸੁੱਖ ਕੋ ਮੰਗਿਆ ਸਭ ਕੋ, ਦੁੱਖ ਨਾ ਮੰਗਿਆ ਕੋਈ। ਸਾਰੇ ਜਾਣੇ ਕੀ ਮੰਗਦੇ ਪਏ ਹਾਂ? ਸੁੱਖ ਮੰਗਦੇ ਪਏ ਹਾਂ। ਵਾਰ-ਵਾਰ ਇਸੇ ਗੱਲ ਨੂੰ ਦੁਹਰਾਵਾਂਗਾ ਤਾਂ ਕਿ ਗੱਲ ਜ਼ਿਆਦਾ ਪਕੜ ਦੇ ਵਿੱਚ ਆ ਜਾਵੇਗੀ। ਦਾਤਾਰ ਕਹਿੰਦੇ ਰੱਬ ਤੇਰੀ ਖੇਡ ਹੀ ਐਡੀ ਕਮਾਲ ਦੀ ਹੈ ਵੀ ਅਸੀਂ ਤੇ ਸੁੱਖ ਹੀ ਮੰਗਦੇ ਪਏ ਸੀ। ਸੁੱਖ ਕੋ ਮੰਗਿਆ ਸਭ ਕੋ, ਦੁੱਖ ਨਾ ਮੰਗਿਆ ਕੋਈ। ਅੱਜ ਜਿੰਨੇ ਹਸਪਤਾਲਾਂ ਦੇ ਵਿੱਚ ਬੈਠੇ ਹੋਏ ਨੇ, ਚ ਕਿਹੜਾ ਮੰਗ ਕੇ ਗਿਆ ਸੀ ਵੀ ਮੈਂ ਹਸਪਤਾਲ ਜਾਣਾ? ਵੇਖੋ ਢੇਰ ਲੱਗੇ ਪਏ ਨੇ ਲੋਕਾਂ ਦੇ ਉੱਥੇ। ਸੁੱਖ ਕੋ ਮੰਗਿਆ ਸਭ ਕੋ, ਦੁੱਖ ਨਾ ਮੰਗੇ ਕੋਏ। ਪਰ ਗੁਰੂ ਸਾਹਿਬ ਕਹਿੰਦੇ ਹੋ ਕੀ ਗਿਆ? ਸੁੱਖੈ ਕੋ ਦੁੱਖ ਅਗਲਾ ਮਨਮੁਖ। ਇਹ ਪੰਕਤੀ ਹੈ ਇੱਦਾਂ ਦੀ, ਸੁੱਖੈ ਕੋ ਦੁੱਖ ਅਗਲਾ ਮਨਮੁਖ ਬਹਿ ਬਹਿ ਰੋਏ, ਸ਼ਾਇਦ ਇੱਦਾਂ ਦੀ ਪੰਕਤੀ ਹੈ। ਮਨਮੁਖ ਚੱਲਿਆ ਰੋਏ, ਹਾਂਜੀ। ਸੁੱਖੈ ਕੋ ਦੁੱਖ ਅਗਲਾ ਮਨਮੁਖ ਚੱਲਿਆ ਰੋਏ। ਹਜ਼ੂਰ ਕੀ ਕਹਿੰਦੇ ਨੇ ਵੀ ਸੁੱਖਾਂ ਦੀ ਥਾਂ ਦੇ ਉੱਤੇ ਸਾਡੀ ਥਾਂ ਕੌਣ ਲੈ ਲੈਂਦੇ ਨੇ? ਆ ਕੇ ਦੁੱਖ ਲੈ ਲੈਂਦੇ ਨੇ। ਤੇ ਬਾਬਾ ਕਬੀਰ ਦਾ ਬਚਨ ਅਸੀਂ ਕਈ ਵਾਰ ਸਾਂਝਾ ਕਰਦੇ ਹੁੰਦੇ ਹਾਂ। ਦਾਤਾਰ ਕਹਿੰਦੇ ਨੇ ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਭਾਵੇ। ਵੀ ਜਿਹੜਾ ਅਸੀਂ ਸੁੱਖ ਮੰਗਦੇ ਹਾਂ ਦੁੱਖ ਦੇ ਵਿੱਚ ਤਬਦੀਲ ਹੋ ਜਾਂਦਾ ਹੈ, ਸਾਨੂੰ ਇਹ ਸੁੱਖ ਚਾਹੀਦਾ ਨਹੀਂ ਹੈ। ਪਰ ਗੁਰੂ ਸਾਹਿਬ ਕੀ ਕਹਿੰਦੇ ਨੇ? ਹੁਣ ਇਹਨੂੰ ਇੱਦਾਂ ਸਮਝ ਲਈਏ, ਮੇਰੇ ਲਈ ਸੁੱਖ ਦੀ ਡੈਫੀਨੇਸ਼ਨ ਇਹ ਹੈ ਵੀ ਮੈਂ ਜੋ ਚਾਹਾਂ ਉਹ ਕਰ ਸਕਦਾ ਹੋਵਾਂ, ਜੋ ਚਾਹਾਂ ਉਹ ਬੋਲ ਸਕਦਾ ਹੋਵਾਂ, ਜੋ ਮੇਰੇ ਮਨ ਦੀ ਇੱਛਾ ਹੈ ਮੈਂ ਉਹਨੂੰ ਪੂਰੀ ਕਰ ਸਕਦਾ ਹੋਵਾਂ, ਤਾਂ ਫਿਰ ਮੈਂ ਸੁਖੀ ਹਾਂ। ਮਤਲਬ 100 ਜਾਣੇ ਦੇ ਉੱਤੇ ਮੈਂ ਕਮਾਂਡ ਕਰਾਂ, 100 ਜਾਣੇ ਕਿ ਸਾਰੀ ਦੁਨੀਆ ਦੇ ਉੱਤੇ ਮੇਰੀ ਮਰਜ਼ੀ ਚੱਲੇ, ਫਿਰ ਮੈਂ ਬੜਾ ਸੁਖੀ ਹਾਂ। ਜੇ ਮੈਨੂੰ ਕਿਸੇ ਦੇ ਆਖੇ ਲੱਗਣਾ ਪੈਂਦਾ ਹੈ ਫਿਰ ਮੈਂ ਬਹੁਤ ਦੁਖੀ ਹਾਂ। ਮੇਰੇ ਲਈ ਦੁੱਖ ਇਹ ਹੈ, ਮੈਨੂੰ ਬਿਸਤਰੇ ਦੇ ਉੱਤੇ ਬੈਠੇ ਹੋਏ ਨੂੰ ਸਾਰਾ ਕੁਝ ਮਿਲੀ ਜਾਵੇ ਫਿਰ ਮੈਂ ਬੜਾ ਸੁਖੀ ਹਾਂ। ਪਰ ਜੇ ਮੈਨੂੰ ਬਿਸਤਰੇ ਤੋਂ ਉੱਠ ਕੇ ਕੁਝ ਕਰਨਾ ਪੈਂਦਾ ਹੈ ਫਿਰ ਮੈਂ ਬੜਾ ਦੁਖੀ ਹਾਂ। ਮੈਨੂੰ ਘਰ ਦੇ ਵਿੱਚ ਬੈਠੇ ਹੋਏ ਨੂੰ ਮਹੀਨੇ ਬਾਅਦ ਤਨਖਾਹ ਆ ਜਾਂਦੀ ਹੈ, ਪੈਸੇ ਆ ਜਾਂਦੇ ਨੇ, ਫਿਰ ਮੈਂ ਬੜਾ ਸੁਖੀ ਹਾਂ। ਪਰ ਜੇ ਮੈਨੂੰ ਰੋਜ਼ ਕੰਮ ਦੇ ਉੱਤੇ ਜਾਣਾ ਪੈਂਦਾ ਫਿਰ ਮੈਂ ਬੜਾ ਦੁਖੀ ਹਾਂ। ਮੇਰੇ ਲਈ ਸੁੱਖ ਦੀ ਡੈਫੀਨੇਸ਼ਨ ਇਹੋ ਹੀ ਹੈ ਕਿ ਬਸ ਜੋ ਮੈਂ ਚਾਹਾਂ, ਸਰੀਰ ਨਾ ਹਿਲਾਉਣਾ ਪਵੇ, ਤਾਂ ਬਸ ਫਿਰ ਮੈਂ ਬੜਾ ਸੁਖੀ ਹਾਂ। ਮਹਾਰਾਜ ਕਹਿੰਦੇ ਇਹ ਸਭ ਤੋਂ ਵੱਡਾ ਦੁੱਖ ਹੈ ਬੰਦੇ ਨੂੰ ਲੱਗਾ, ਸਭ ਤੋਂ ਵੱਡਾ ਦੁੱਖ। ਔਰ ਇਹਨੇ ਫਿਰ ਕੀ ਕਰਨਾ ਹੈ? ਇਹਨੇ ਸਾਡੇ ਲਈ ਬਿਮਾਰੀ ਬਣ ਜਾਣਾ ਹੈ। ਪਹਿਲਾਂ ਅਸੀਂ ਦੁੱਖ ਨੂੰ ਸਮਝ ਲਈਏ ਵੀ ਦੁੱਖ ਕਿੱਦਾਂ ਦਾਰੂ ਬਣ ਜਾਂਦਾ ਹੈ ਬੰਦੇ ਦਾ, ਦੁੱਖ ਕਿੱਦਾਂ ਇਲਾਜ ਬਣ ਜਾਂਦਾ ਹੈ। ਅਸੀਂ ਸਮੇਤ ਮੇਰੇ ਜਦੋਂ ਅਸੀਂ ਸਕੂਲਾਂ ਦੀ ਪੜ੍ਹਾਈ ਸ਼ੁਰੂ ਕਰਦੇ ਹਾਂ ਤੇ ਸਿੱਧੀ ਜੀ ਗੱਲ ਹੈ, ਸਾਨੂੰ ਆਪਣੇ ਬਾਰੇ ਤਾਂ ਯਾਦ ਹੀ ਹੈ। ਕਿਹਦਾ ਜੀ ਕਰਦਾ ਵੀ ਸਕੂਲੇ ਜਾ ਕੇ ਬੈਠੇ ਰਹੀਏ? ਬੜਾ ਔਖਾ ਹੈ 5-5 ਘੰਟੇ ਜਾ ਕੇ ਸਕੂਲੇ ਬੈਠਣਾ। ਔਰ ਪਰ ਕੀ ਹੁੰਦਾ ਹੈ, ਸਾਡੀ ਜਿਹੜੀ ਦੇਸ਼ ਦੀ ਪੜ੍ਹਾਈ ਦੀ ਰੇਸ਼ੋ ਹੈ ਬੱਚਿਆਂ ਦੀ, ਇੱਦਾਂ ਤਾਂ ਨਹੀਂ ਵੀ 100 ਦੇ 100% ਹੀ ਪੜ੍ਹ ਜਾਂਦੇ ਨੇ। ਕਿੰਨੇ % ਬੱਚੇ ਨੇ ਜਿਹੜੇ ਪਹਿਲੀ ਗੱਲ ਤਾਂ ਨਰਸਰੀ ਦੇ ਵਿੱਚ ਹੀ ਨਹੀਂ ਜਾਂਦੇ। ਕਈ ਨਰਸਰੀ ਤੋਂ ਜਾ ਕੇ ਸਮਝ ਲਓ ਵੀ ਪ੍ਰਾਇਮਰੀ ਦੇ ਵਿੱਚ ਪਹੁੰਚ ਜਾਂਦੇ ਨੇ, ਅਤੇ ਕਈ ਫਿਰ ਜਿਹੜੇ ਨੇ ਉਹ ਜਾ ਕੇ ਕਿਤੇ ਸੀਨੀਅਰ ਸੈਕੰਡਰੀ ਕਰ ਜਾਂਦੇ ਨੇ। ਸਾਡੇ ਦੇਸ਼ ਦੇ ਵਿੱਚ ਅਕਸਰ ਜਿਹੜੀਆਂ ਬੱਚੀਆਂ ਨੇ ਪਿੰਡਾਂ ਦੀਆਂ ਖਾਸ ਕਰਕੇ, ਔਰ ਕੁਝ ਸਟੇਟਸ ਦਾ ਤਾਂ ਹਾਲ ਐਡਾ ਬੁਰਾ ਹੈ ਵੀ 5ਵੀਂ ਤੋਂ ਉੱਤੇ ਬੱਚੀਆਂ ਸਕੂਲ ਦੇ ਵਿੱਚ ਜਾਂਦੀਆਂ ਹੀ ਨਹੀਂ ਬਾਅਦ ਦੇ ਵਿੱਚ ਪੜ੍ਹਨ ਦੇ ਲਈ। ਹੁਣ ਉਹਨਾਂ ਨੂੰ ਕੀ ਕਹਿ ਲਈਏ? ਇੱਥੋਂ ਗੱਲ ਸ਼ੁਰੂ ਕਰਾਂਗੇ ਵੀ ਆ ਵੀ ਆਪਣੀ ਜ਼ਿੰਦਗੀ ਸੋਚ ਕੇ ਵੇਖਾਂਗੇ ਨਾ, ਖਾਸ ਕਰਕੇ ਇੱਥੋਂ ਦੀ, ਕਿਉਂਕਿ ਥੋੜ੍ਹੀ ਜਿਹੀ ਪੜ੍ਹਾਈ ਦੀ ਜਿਹੜੀ ਹੈਗੀ ਉਹ ਰੇਸ਼ੋ ਚੰਗੀ ਹੈ, ਥੋੜ੍ਹੀ ਜਿਹੀ ਬੱਚੇ ਪੜ੍ਹ ਲੈਂਦੇ ਨੇ। ਉਹਦੇ ਵਿੱਚ ਕੀ ਹੈ ਵੀ ਇੱਧਰੋਂ ਬੱਚੇ ਸਕੂਲ ਆਉਂਦੇ ਨੇ, ਸਵੇਰੇ ਮੈਂ ਵੇਖਦਾ ਹੁੰਦਾ ਵੀ ਹੁਣ ਤਾਂ ਚਲੋ ਸਕੂਲ ਬੰਦ ਹੋਏ ਨੇ, ਉਹ ਵੇਖੋ ਵੀ ਸਵੇਰੇ 6 ਵਜੇ ਵੈਨ ਉਡੀਕਦੇ ਪਏ ਨੇ, ਸਵੇਰੇ 6 ਵਜੇ ਵੈਨ ਉਡੀਕਦੇ ਨੇ, 2-2:30 ਵਜੇ ਸਕੂਲ ਤੋਂ ਉਹਨਾਂ ਨੂੰ ਛੁੱਟੀ ਹੁੰਦੀ ਹੈ। ਇੱਧਰੋਂ 2-2:30 ਵਜੇ ਸਕੂਲ ਖਤਮ ਹੋਇਆ, ਘਰ ਆਉਂਦਿਆਂ ਨੇ ਰੋਟੀ ਖਾਧੀ ਅਜੇ, ਅਤੇ ਕੀ ਹੋ ਗਿਆ ਜੀ? ਅਗਲੀ ਟਿਊਸ਼ਨ ਸ਼ੁਰੂ ਹੋ ਗਈ। ਅਗਲੀ ਟਿਊਸ਼ਨ ਅਜੇ ਖਤਮ ਨਹੀਂ ਹੋਈ ਅਤੇ ਆ ਫਿਰ ਆ ਨਵੇਂ ਜਿਹੜੇ ਕੰਮ ਹੋਣ ਸ਼ੁਰੂ ਹੋਏ ਨੇ, ਜ਼ਰੂਰੀ ਨੇ, ਮਜਬੂਰੀ ਹੈ। ਉਹ ਕੀ ਹੋ ਗਿਆ? ਉਹ ਅਬੈਕਸ ਕਰ ਲਓ, ਦੂਜੇ ਕੰਮ ਕਰ ਲਓ, ਕਿਉਂਕਿ ਮਜਬੂਰੀ ਹੈ। ਜੇ ਨਹੀਂ ਕਰੇਗਾ ਤਾਂ ਬੱਚਾ ਕਿੱਥੇ ਚਲਾ ਜਾਵੇਗਾ? 6 ਵਜੇ ਉਹਨਾਂ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ, ਦਿਨ ਚੜ੍ਹਨ ਤੋਂ ਪਹਿਲਾਂ। ਸਿਰਫ ਉਹਨਾਂ ਨੂੰ ਇੱਦਾਂ ਕਹਿ ਲਈਏ ਵੀ ਖਾਣ ਪੀਣ ਦਾ ਥੋੜ੍ਹਾ ਬਹੁਤਾ ਟਾਈਮ ਮਿਲਦਾ ਹੈ, ਅਤੇ ਰਾਤ ਉਹਨਾਂ ਦੀ ਇੱਦਾਂ ਹੀ ਪੈ ਜਾਂਦੀ ਹੈ। ਰਾਤ ਨੂੰ ਫਿਰ ਕਿਤਾਬਾਂ ਮੱਥੇ ਦੇ ਉੱਤੇ ਰੱਖ ਕੇ ਅਤੇ ਫਿਰ ਸਵੇਰੇ ਉਹੀ ਚੱਲ ਸੋਚਾ।
ਜੇ ਧਿਆਨ ਦੇ ਨਾਲ ਸੋਚਾਂਗੇ ਨਾ ਤਾਂ ਕਿਹੜੀ ਨਿਕੰਮੀ ਜਿਹੀ ਜ਼ਿੰਦਗੀ ਲੱਗਦੀ ਹੈ। ਬੁਰਾ ਨਾ ਮਨਾਇਓ, ਅਸੀਂ ਜਿਨ੍ਹਾਂ ਸਕੂਲਾਂ ਦੇ ਵਿੱਚ ਪੜ੍ਹੇ ਹਾਂ ਸਾਡੇ ਤਾਂ ਹਾਲ ਹੀ ਹੋਰ ਸੀ, ਇੱਥੇ ਤਾਂ ਫਿਰ ਵੀ ਪੜ੍ਹਾਈ ਚੰਗੀ ਹੈ। ਅਤੇ ਇਸ ਕਰਕੇ ਮੈਂ ਕਹਿੰਦਾ ਹੁੰਦਾ ਵੀ ਜਿਹੜੀਆਂ ਗੱਲਾਂ ਦਾ ਸਾਨੂੰ 12ਵੀਂ ਕਰਨ ਤੱਕ ਨਹੀਂ ਸੀ ਪਤਾ, ਉਹਨਾਂ ਗੱਲਾਂ ਦਾ ਬੱਚਿਆਂ ਨੂੰ ਇੱਥੇ ਦੂਜੀ ਚੌਥੀ ਜੀ ਪਤਾ ਲੱਗ ਜਾਂਦਾ। ਔਰ ਅਸੀਂ ਬੜਾ ਸੌਖਾ ਮੰਨਦੇ ਹੁੰਦੇ ਸੀ ਵੀ ਵਧੀਆ ਗੱਲ ਹੈ, ਪੜ੍ਹਨਾ ਨਹੀਂ ਪੈਂਦਾ। ਪੜ੍ਹਨ ਨੂੰ ਕਿਹੜੇ ਬੱਚੇ ਦਾ ਜੀਅ ਕਰਦਾ? ਹੁਣ ਇਹਨਾਂ ਵੱਲ ਵੇਖੋ, ਸਵੇਰੇ 6 ਵਜੇ ਦੇ ਸ਼ੁਰੂ ਹੋਏ, ਰਾਤ ਦੇ 8 ਵੱਜ ਗਏ ਨੇ, 14 ਘੰਟੇ ਲਗਾਤਾਰ ਕਿਤਾਬਾਂ, 14 ਘੰਟੇ ਸੁੱਤਿਆਂ ਵੀ ਸੁਪਨੇ 'ਚ ਕਿਤਾਬਾਂ ਹੀ ਘੁੰਮਦੀਆਂ ਪਈਆਂ ਨੇ। ਅਤੇ ਇੱਦਾਂ ਦੀ 12-13 ਸਾਲ ਜ਼ਿੰਦਗੀ ਜਦੋਂ ਲੰਘ ਜਾਂਦੀ ਹੈ ਨਾ, ਅਤੇ ਫਿਰ ਵੇਖੋ ਬੰਦਾ ਸੋਚਦਾ ਵੀ ਮੈਂ ਜ਼ਿੰਦਗੀ 'ਚ ਇਹੋ ਕੁਝ ਹੀ ਕਰਨਾ ਹੈ, ਮੈਂ ਦੁਖੀ ਹੋ ਗਿਆ, ਮੈਂ ਇੱਥੇ ਅੱਕ ਗਿਆ। ਵੈਸੇ ਜਿਹੜਾ ਸਾਡੀ ਪੜ੍ਹਾਈ ਦਾ ਸਿਸਟਮ ਹੈ ਨਾ, ਐਡਾ ਬੇਕਾਰ ਹੈ। ਬੰਦਾ ਜਦੋਂ ਪੜ੍ਹਦਾ ਜਾਂਦਾ ਅਸੀਂ ਅੱਕ ਜਾਂਦੇ ਹਾਂ। ਔਰ ਵੇਖੋ ਅਸੀਂ ਇੰਨੇ ਅੱਕ ਜਾਂਦੇ ਹਾਂ ਪੜ੍ਹਾਈ ਤੋਂ, ਜਦੋਂ ਸਾਡੀ ਡਿਗਰੀ ਕੰਪਲੀਟ ਹੋ ਜਾਂਦੀ ਹੈ, ਸਕੂਲ ਛੱਡ ਦਿੰਦੇ ਹਾਂ, ਕਾਲਜ ਛੱਡ ਦਿੰਦੇ ਹਾਂ। ਮੇਰੇ ਖਿਆਲ ਦੇ ਨਾਲ 100 ਦੇ ਵਿੱਚੋਂ 95% ਬੰਦੇ ਬਾਅਦ 'ਚ ਕਦੀ ਕਿਤਾਬ ਦਾ ਮੂੰਹ ਨਹੀਂ ਵੇਖਦੇ। ਇਹਨੂੰ ਸੋਚ ਕੇ ਵੇਖਿਓ, ਸਿਰਫ ਉਹੀ ਕਿਤਾਬ ਦਾ ਮੂੰਹ ਵੇਖਦੇ ਨੇ ਜਿਨ੍ਹਾਂ ਨੇ ਗਾਂਹ ਉਹਨਾਂ ਨੂੰ ਪਤਾ ਵੀ ਅਪ ਟੂ ਡੇਟ ਰਹਿਣਾ ਪੈਂਦਾ, ਵੀ ਹਾਂ ਨਵੀਂ ਟੈਕਨੀਕ ਕਿਹੜੀ ਆਈ ਹੈ, ਚਾਹੇ ਕਿਤਾਬ ਤੋਂ ਆਈ ਚਾਹੇ ਇੰਟਰਨੈਟ ਤੋਂ ਪੜ੍ਹਨੀ ਪੈ ਗਈ। ਔਰ ਜਿਨ੍ਹਾਂ ਨੂੰ ਨਹੀਂ ਲੋੜ ਪਈ ਟੈਕਨੋਲੋਜੀ ਦੇ ਨਾਲ ਚੱਲਣ ਦੀ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਕਦੀ ਕਿਤਾਬਾਂ ਦਾ ਮੂੰਹ ਵੇਖਿਆ ਬਾਅਦ ਜਦੋਂ ਦਾ ਕਾਲਜ ਛੱਡਿਆ? ਨਹੀਂ ਛੱਡਿਆ। ਕਿਉਂ? ਕਿਉਂਕਿ ਦੁਖੀ ਇੰਨੇ ਹੋ ਗਏ ਸੀ ਪੜ੍ਹਾਈ ਤੋਂ, ਦੁਖੀ ਇੰਨਾ ਹੋਏ ਪੜ੍ਹਾਈ ਤੋਂ ਵੀ ਨਹੀਂ ਇਹ ਇੱਕ ਵਾਰ ਛੁੱਟ ਜਾਵੇ ਬਾਅਦ ਨਹੀਂ ਇਹਦੇ ਵੱਲ ਮੂੰਹ ਕਰਦੇ। ਇਹਨੇ ਕੀ ਕੀਤਾ? ਸਾਨੂੰ ਇੰਝ ਲੱਗਦਾ ਵੀ ਸਾਡੀ ਪੜ੍ਹਾਈ ਨੇ ਸਾਨੂੰ ਦੁਖੀ ਕਰ ਦਿੱਤਾ। ਔਰ ਸੱਚੀ ਗੱਲ ਜੇ ਚਲੋ ਇੱਥੇ ਤੇ ਕਿਉਂਕਿ ਤੁਸੀਂ ਵੇਖਦੇ ਜੇ ਆਦਤਾਂ ਪਈਆਂ ਹੋਈਆਂ ਨੇ, ਜਿਹੜਾ ਬੰਦਾ 15-15 ਘੰਟੇ ਦਿਨ ਦੇ ਵਿੱਚ ਪੜ੍ਹਦਾ ਹੈ, 16-16 ਘੰਟੇ ਦਿਨ ਦੇ ਵਿੱਚ ਪੜ੍ਹਦਾ ਹੈ, ਉਹਦੇ ਲਾਗੇ ਤੁਸੀਂ ਕਿਸੇ ਉਹੋ ਜਿਹੇ ਬੰਦੇ ਨੂੰ ਲਿਆ ਕੇ ਬਿਠਾ ਦਿਓ ਜਿਹਨੇ ਵਿਚਾਰੇ ਨੇ ਮਹੀਨੇ 'ਚ ਇੱਕ ਵਾਰ ਕਿਤਾਬ ਵੇਖਣੀ ਹੈ, ਅਤੇ ਉਹ ਪਤਾ ਕੀ ਕਹੇਗਾ ਵੀ ਇਹ ਤਾਂ ਮੂਰਖ ਹੈ, ਸਾਰਾ ਦਿਨ ਕਿਤਾਬਾਂ ਨਾਲ ਮੱਥੇ ਮਾਰਦਾ ਫਿਰਦਾ। ਪਰ ਇੱਕ ਦਿਨ ਕੀ ਆਉਂਦਾ ਹੈ, ਦੂਜੇ ਨੂੰ ਲੱਗਦਾ ਹੈ, ਮੈਨੂੰ ਲੱਗਦਾ ਵੀ ਇਹ ਬੜਾ ਵੱਡਾ ਦੁੱਖ ਉਠਾ ਰਿਹਾ ਜ਼ਿੰਦਗੀ ਦੇ ਵਿੱਚ, ਪਰ ਉਹਦੇ ਦੁੱਖ ਦਾ ਰਿਜ਼ਲਟ ਉਹਨੂੰ ਕਦੋਂ ਮਿਲਣਾ ਹੈ? ਇਸ ਉਠਾਏ ਹੋਏ ਦੁੱਖ ਦਾ ਰਿਜ਼ਲਟ ਉਹਨੂੰ 15 ਸਾਲਾਂ ਬਾਅਦ, 20 ਸਾਲਾਂ ਬਾਅਦ ਮਿਲੇਗਾ। ਮੈਂ ਜਿੱਥੋਂ ਗੱਲ ਸ਼ੁਰੂ ਕਰਨੀ ਸੀ ਆਪ ਜੀ ਦੇ ਨਾਲ, ਆ ਤੁਸੀਂ ਵੇਖੋ ਤੁਹਾਡੇ ਨੇੜੇ ਵੀ ਕਾਫੀ ਸਲਮ ਏਰੀਆ ਜਿਹੜਾ ਉਹਦੇ ਬੱਚੇ ਰਹਿੰਦੇ ਨੇ, ਨਹੀਂ ਪੜ੍ਹਦੇ ਸਕੂਲਾਂ ਦੇ ਵਿੱਚ, ਨਹੀਂ ਕੁਝ ਕਰਦੇ, ਤੁਹਾਡੇ ਸਾਹਮਣੇ ਹੀ ਹੈ। ਤੁਸੀਂ ਆਪਣੇ ਬੱਚਿਆਂ ਤੋਂ ਪਹਿਲਾਂ ਉੱਠਦੇ ਜੇ, ਸਾਰਾ ਕੁਝ ਕਰਨਾ ਵੀ ਇਹਨਾਂ ਦੀ ਤਿਆਰੀ ਕਰਾਉਣੀ, ਨਾਲ ਆਪ ਵੀ ਉਹਨਾਂ ਬੱਚੇ ਪੜ੍ਹਦੇ ਨੇ, ਉਹਨਾਂ ਨਾਲ ਮਾਂ ਪਿਓ ਪੜ੍ਹਦੇ ਪਏ ਨੇ। ਆ ਹੁਣ ਤਾਂ ਸਗੋਂ ਜ਼ਿਆਦਾ ਵੱਜ ਗਏ ਨੇ ਵੀ ਨਾਲ ਬੱਚਿਆਂ ਨੂੰ ਮੋਬਾਈਲ ਫੜਾਇਆ ਤਾਂ ਨਾਲ ਆਪ ਬਹਿਣਾ ਪੈ ਰਿਹਾ ਵੀ ਵੇਖੋ ਧਿਆਨ ਰੱਖੋ ਇਹਨਾਂ ਦਾ। ਹੁਣ ਉਹ ਕੀ ਹੈ? ਤੁਹਾਡੇ ਸਾਹਮਣੇ ਉਹ ਵੀ ਬੱਚੇ ਨੇ ਅਤੇ ਸਾਡੇ ਵੀ ਬੱਚੇ ਨੇ, ਵੇਖਣ ਨੂੰ ਲੱਗਦਾ ਵੀ ਬੱਚੇ ਕਿੱਡੇ ਔਖੇ ਹੋ ਰਹੇ ਨੇ। ਫਿਰ ਉੱਦਾਂ ਦੀ ਜ਼ਿੰਦਗੀ ਦੇ ਲਈਏ, ਉਹ ਬੜਾ ਸੁੱਖ ਲੱਗਦਾ ਇਹਨਾਂ ਨੂੰ, ਪਰ ਸਾਨੂੰ ਪਤਾ ਵੀ ਜੇ ਉੱਦਾਂ ਦਾ ਸੁੱਖ ਦੇ ਦਿੱਤਾ ਤਾਂ ਇਹਨਾਂ ਨੇ 10-15 ਸਾਲਾਂ ਬਾਅਦ ਰੋਣਾ ਸ਼ੁਰੂ ਕਰ ਦੇਣਾ ਵੀ ਸਾਨੂੰ ਬੜਾ ਦੁੱਖ ਦਿੱਤਾ ਇਹਨਾਂ ਨੇ। ਹੁਣ ਅਸੀਂ ਇਸ ਕਰਕੇ ਦੁੱਖ ਦੇ ਰਹੇ ਹਾਂ, ਹੈ ਤਾਂ ਦੁੱਖ ਹੀ ਹੈ, ਪਰ ਦੇ ਇਸ ਕਰਕੇ ਰਹੇ ਹਾਂ ਵੀ ਉਸ ਦੁੱਖ ਨੇ ਸਾਡਾ ਕਿਤੇ ਨਾ ਕਿਤੇ ਇਲਾਜ ਬਣ ਜਾਣਾ ਹੈ, ਉਸ ਦੁੱਖ ਨੇ ਸਾਡਾ ਦਾਰੂ ਬਣ ਜਾਣਾ ਕਿਤੇ ਨਾ ਕਿਤੇ, ਵੀ ਅੱਜ ਔਖੇ ਹੋ ਰਹੇ ਹਾਂ ਕੱਲ੍ਹ ਨੂੰ ਚੰਗੇ ਹੋ ਜਾਣਗੇ, ਸੌਖੇ ਹੋ ਜਾਣਗੇ। ਅਤੇ ਜੇ ਅੱਜ ਇਹ ਸੋਚੀਏ ਵੀ ਨਹੀਂ ਆਪਣੇ ਬੱਚੇ ਦੁਖੀ ਨਹੀਂ ਕਰਨੇ, ਫਿਰ ਕੀ ਹੋਵੇਗਾ? ਸਕੂਲਾਂ ਤੋਂ ਹਟਾ ਦਈਏ ਵੀ ਹੁਣ ਇਹ ਸੁੱਖ ਲੈ ਲੈਣ, ਅਤੇ ਫਿਰ 15-20 ਸਾਲਾਂ ਬਾਅਦ ਉਹ ਜਿਹੜਾ ਦੁੱਖ ਆਵੇਗਾ ਨਾ, ਉਹ ਫਿਰ ਕੀ ਹੋਵੇਗਾ? ਨਾਲੇ ਤਾਂ ਸਟ੍ਰੈਸ ਦੇ ਕੇ ਜਾਵੇਗਾ, ਕਿਉਂਕਿ ਵਾਪਸ ਤਾਂ ਮੁੜਿਆ ਨਹੀਂ ਜਾਵੇਗਾ ਉੱਧਰ ਨੂੰ। ਹੁਣ ਉੱਥੋਂ ਜ਼ਿੰਦਗੀ ਸ਼ੁਰੂ ਕਰਨੀ ਹੈ ਤਾਂ ਸਮਝ ਲਓ 20-25 ਸਾਲ ਜ਼ਿੰਦਗੀ ਦੇ ਬੇਕਾਰ ਗਏ। ਇਸ ਕਰਕੇ ਸਤਿਗੁਰੂ ਨੇ ਆ ਜਿਹੜੀ ਨਾ ਇੱਥੋਂ ਗੱਲ ਬੋਲੀ ਹੈ ਵੀ ਭਾਈ ਜਿੱਥੇ ਵੀ ਅਸੀਂ ਮੰਨਦੇ ਪਏ ਹਾਂ ਵੀ ਮੈਂ ਬੜਾ ਔਖਾ ਹੋ ਗਿਆ ਕੰਮ ਕਰਕੇ, ਮੈਨੂੰ ਨਹੀਂ ਕਰਨਾ ਚਾਹੀਦਾ, ਮੈਂ ਤੇ ਅੱਕ ਚੁੱਕਾ ਹਾਂ ਇਸ ਗੱਲ ਦੇ ਵਿੱਚੋਂ, ਮਰਦ ਕਹਿੰਦੇ ਤੇਰੇ ਇਸ ਦੁੱਖ ਦੇ ਵਿੱਚ ਹੀ ਤੇਰਾ ਸੁੱਖ ਛੁਪਿਆ ਪਿਆ ਹੈ। ਪਰ ਮੇਰੀ ਪ੍ਰੋਬਲਮ, ਮੈਂ ਦੁਖੀ ਨਹੀਂ ਹੋਣਾ ਚਾਹੁੰਦਾ। ਇਹ ਤੁਸੀਂ ਵੀ ਸੁਣਿਆ ਹੋਵੇਗਾ, ਸਾਡੇ ਦੇਸ਼ ਦੇ ਵਿੱਚ ਵੱਡੀ ਨੌਕਰੀ ਇਸ ਕਰਕੇ ਨਹੀਂ ਕੀਤੀ ਜਾਂਦੀ ਵੀ ਮੈਂ ਜ਼ਿੰਮੇਵਾਰ ਬਣਾ, ਪਰ ਵੱਡੀ ਨੌਕਰੀ ਇਸ ਕਰਕੇ ਕੀਤੀ ਜਾਂਦੀ ਹੈ ਵੀ ਉੱਥੇ ਕੰਮ ਨਹੀਂ ਕਰਨਾ ਪੈਂਦਾ। ਸਾਡੇ ਦੇਸ਼ ਦੀ ਜਿੱਡੀ ਵੱਡੀ ਪੋਸਟ ਓਡੇ ਗੈਰ ਜ਼ਿੰਮੇਵਾਰ ਬੰਦੇ ਬੈਠੇ ਹੋਏ, ਸਾਰੇ ਨਹੀਂ ਪਰ ਥੋੜ੍ਹਿਆਂ ਦੀ ਘਾਟ ਵੀ ਨਹੀਂ ਹੈ ਇਹੋ ਜਿਹਿਆਂ ਦੀ। ਜਿੰਨੀ ਵੱਡੀ ਪੋਸਟ ਸਰਕਾਰੀ ਨੌਕਰੀ, ਕਿਉਂ ਵਿਹਲੇ ਪਵਾਂਗੇ, ਕੰਮ ਨਾ ਕਰਨਾ ਪਵੇਗਾ। ਜੇ ਕੋਈ ਸਾਨੂੰ ਆ ਕੇ ਆਖੇਗਾ ਤਾਂ ਅਸੀਂ ਕੀ ਕਹਾਂਗੇ? ਸਾਡੀ ਕਿਹੜੀ ਨੌਕਰੀ ਛੁੱਟਦੀ ਹੈ? ਤੇ ਤੁਸੀਂ ਸੁਣਿਆ ਹੋਵੇਗਾ ਇਹੋ ਜਿਹੇ ਬੜਾ ਕੁਝ ਬੋਲਦੇ ਪਏ ਨੇ ਅੱਜ ਕੱਲ੍ਹ। ਕਾਰਨ ਕੀ ਹੈ? ਉਹਨਾਂ ਨੂੰ ਪਤਾ ਵੀ ਨੌਕਰੀ ਛੁੱਟਣੀ ਨਹੀਂ। ਜੇ ਕੋਈ ਅੱਗੇ ਰੌਲਾ ਪਾਵੇਗਾ, ਪ੍ਰਾਈਵੇਟ ਥਾਂ ਦੇ ਉੱਤੇ ਲੱਗੇ ਹੋਣਗੇ ਤਾਂ ਉਹਨਾਂ ਨੂੰ ਪਤਾ ਵੀ ਜੇ ਕੰਮ ਨਹੀਂ ਕਰੇਗਾ ਤਾਂ ਕੀ ਹੋਵੇਗਾ, ਵੀ ਮੇਰੀ ਥਾਂ 'ਤੇ ਬੰਦਾ ਉਸੇ ਵੇਲੇ ਆ ਸਕਦਾ। ਸਾਡੇ ਦੇਸ਼ ਦੇ ਲੋਕ ਇਸ ਕਰਕੇ ਸਰਕਾਰੀ ਨੌਕਰੀ ਵੀ ਭਾਲਦੇ ਨੇ, ਕੰਮ ਨਹੀਂ ਕਰਨਾ ਪਵੇਗਾ। ਔਰ ਜਿਨ੍ਹਾਂ ਸਕੂਲਾਂ 'ਚ ਅਸੀਂ ਪੜ੍ਹੇ ਸਾਨੂੰ ਪਤਾ ਹੀ ਸਾਡੇ ਪੜ੍ਹਾਉਣ ਵਾਲੇ ਕਿੱਦਾਂ ਦੇ ਸੀ, ਸਤਿਕਾਰਯੋਗ ਨੇ ਸਾਰੇ। ਤੁਸੀਂ ਫਰਕ ਵੇਖ ਲੈਣਾ ਤੇ ਸਰਕਾਰੀ ਬੈਂਕ ਅਤੇ ਪ੍ਰਾਈਵੇਟ ਬੈਂਕ ਦੇ ਵਿੱਚ ਤੁਹਾਨੂੰ ਆਪਣੇ ਆਪ ਹੀ ਫਰਕ ਲੱਗ ਜਾਵੇਗਾ। ਕਿਉਂਕਿ ਇੱਕ ਦਾ ਸੁੱਖ ਜਿਹੜਾ ਨਾ
ਉਹ ਹੁਣ ਰੋਗ ਬਣ ਚੁੱਕਾ ਹੈ। ਹੁਣ ਸੁੱਖ ਮਿਲਦਾ ਪਿਆ ਹੈ, ਕੋਈ ਕੀ ਆ ਕੇ ਕਰੇਗਾ। ਬੜੇ ਚੰਗੇ ਬੰਦੇ ਨੇ ਸਾਰੀਆਂ ਥਾਵਾਂ ਦੇ ਉੱਤੇ, ਇਹ ਨਹੀਂ ਕਹਿੰਦੇ, ਦੋਵਾਂ ਥਾਵਾਂ ਦੇ ਉੱਤੇ ਬਹੁਤ ਬਹੁਤ ਚੰਗੇ ਲੋਕ ਨੇ, ਪਰ ਇਹ ਵੀ ਨਹੀਂ ਵੀ ਕਹਿ ਦਈਏ ਵੀ ਸਾਰੀਆਂ ਥਾਵਾਂ ਦੇ ਉੱਤੇ ਚੰਗੇ ਲੋਕ ਨੇ। ਮਰਦ ਕਹਿੰਦੇ ਨੇ ਦੁੱਖ ਦਾਰੂ ਇੱਕ ਵਾਰ ਲਿਆ ਹੋਇਆ ਕਸ਼ਟ ਜਿਹੜਾ ਹੈ ਉਹ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸੁੱਖ ਬਣ ਜਾਂਦਾ ਹੈ। ਇਹਦੀ ਇੱਕ ਉਦਾਹਰਣ ਹੋਰ ਲੈ ਲਈਏ। ਸਭ ਤੋਂ ਨੇੜੇ ਉਦਾਹਰਣ ਵੈਸੇ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਵੀ ਦਿੱਤੀ ਹੈ ਵੀ ਸਰੀਰ ਦੀ ਕਸਰਤ। ਅਸੀਂ ਹੁਣ ਸ਼ਹਿਰਾਂ ਦੇ ਵਿੱਚ ਆ ਗਏ ਹਾਂ ਅਤੇ ਤੁਹਾਨੂੰ ਵੀ ਸ਼ਾਇਦ ਇਸ ਗੱਲ ਦੀ ਜਾਣਕਾਰੀ ਹੋਵੇਗੀ ਕਿ ਵੇਖੋ ਇੱਕ ਟਾਈਮ ਉਹ ਹੁੰਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਇਆ ਹੋਵੇਗਾ ਕਈ ਵਾਰ, ਜਦੋਂ ਅਸੀਂ ਜ਼ਿੰਦਗੀ ਦੇ ਵਿੱਚ 5-6 ਕਿਲੋਮੀਟਰ ਆਰਾਮ ਦੇ ਨਾਲ ਤੁਰ ਲੈਂਦੇ ਸੀ, ਸਾਨੂੰ ਸੈਰ ਕਰਨ ਦੀ ਲੋੜ ਵੀ ਨਹੀਂ ਸੀ ਰਹਿੰਦੀ। ਹੁਣ ਕੀ ਹੋ ਗਿਆ, ਹੁਣ ਸੈਰ ਸਾਡੀ ਮਜਬੂਰੀ ਹੋ ਗਈ ਹੈ। ਕਿਉਂ? ਕਿਉਂਕਿ ਸਾਡੀ ਵਾਕਿੰਗ ਹੀ ਖਤਮ ਹੋ ਗਈ ਹੈ, ਸਾਡਾ ਤੁਰਨਾ ਫਿਰਨਾ ਹੀ ਖਤਮ ਹੋ ਗਿਆ। ਹੁਣ ਸਾਨੂੰ ਦੁੱਖ ਲੱਗਦਾ ਹੈ ਜੇ ਸਾਨੂੰ ਤੁਰਨਾ ਪੈਂਦਾ ਹੈ, ਅਤੇ ਬੁਰਾ ਨਾ ਮਨਾਇਓ, ਅਸੀਂ ਵੀ ਇਹਦੇ ਵਿੱਚ ਹੀ ਆ ਜਾਂਦੇ ਹਾਂ। ਪਰ ਇੱਕ ਗੱਲ ਹੈ, ਸਾਡਾ 200 ਮੀਟਰ ਦੇ ਉੱਤੇ ਘਰ ਹੁੰਦਾ। ਮੈਂ ਇਹ ਜਦੋਂ ਪਿਛਲੀ ਵਾਰ ਆਸਾ ਦੀ ਵਾਰ ਦੀ ਆਹ ਪੌੜੀ ਬੋਲੀ ਸੀ, ਮੈਂ ਉਦੋਂ ਵੀ ਗੱਲ ਕੀਤੀ ਸੀ ਅਤੇ ਅੱਜ ਵੀ ਕਰਦਾ ਪਿਆ ਹਾਂ। ਸਾਡਾ 200 ਮੀਟਰ ਦੇ ਘਰ ਹੁੰਦਾ, 300 ਮੀਟਰ 'ਤੇ ਘਰ ਹੁੰਦਾ, ਬਹੁਤ ਦੂਰ ਨਹੀਂ ਹੁੰਦਾ। ਪਰ ਉਦੋਂ ਵੀ ਅਸੀਂ ਕੀ ਕਰਦੇ ਹਾਂ, ਅਸੀਂ ਬਾਈਕ ਨੂੰ ਕਿੱਕ ਮਾਰ ਕੇ ਅਤੇ ਫਿਰ ਲੈ ਕੇ ਆਉਂਦੇ ਹਾਂ ਵੀ ਬਾਈਕ ਤੋਂ ਬਿਨਾਂ ਨਹੀਂ ਸਾਡੇ ਕੋਲੋਂ ਆਇਆ ਜਾਂਦਾ। ਹਾਂ, ਤੁਰ ਕੇ ਨਹੀਂ ਆ ਸਕਦੇ, ਪ੍ਰੋਬਲਮ ਹੈ, ਫਿਰ ਹੋਰ ਗੱਲ ਹੈ। ਪਰ ਜਾਣ ਬੁੱਝ ਕੇ ਆਦਤ ਪੈ ਜਾਵੇ ਵੀ ਛੱਡ ਪਰਾਂ, ਇੰਨਾ ਕਿੱਥੇ ਤੁਰ ਕੇ ਜਾਵਾਂਗੇ। ਉਹ ਕੀ ਹੁੰਦਾ ਹੈ, ਉਹ ਉਦੋਂ ਤਾਂ ਬੜਾ ਸੁੱਖ ਲੱਗਦਾ ਸੀ, ਆ ਜਾਂਦੇ ਹਾਂ। ਪਰ 10-12 ਸਾਲ ਇਹ ਕੰਮ ਕਰ ਦਿਓ, ਫਿਰ ਡਾਕਟਰ ਨਾਲ ਪਰਚੀ ਦੇ ਉੱਤੇ ਇਹੋ ਲਿਖ ਕੇ ਦਿੰਦਾ ਵੀ ਜੇ ਐਕਸਰਸਾਈਜ਼ ਛੱਡੀ ਤੁਹਾਡੀ ਜ਼ਿੰਦਗੀ ਵੀ ਛੁੱਟ ਜਾਣੀ ਜੇ। ਵੇਖੋ ਹੁਣ ਕਿੰਨਿਆਂ ਦੀ ਜਿਹੜੇ ਟਾਈਮ ਨਾਲ ਉੱਠਦੇ ਨਹੀਂ ਨੇ, ਟਾਈਮ ਦੇ ਨਾਲ ਖਾਣਾ ਪੀਣਾ ਨਹੀਂ ਕਰਦੇ। ਹੁਣ ਬੜਾ ਦੁੱਖ ਲੱਗਦਾ ਨਾ ਵੀ ਕੋਈ ਕਵੇ ਵੀ ਉੱਠੋ ਟਾਈਮ ਦੇ ਨਾਲ ਅਤੇ ਜਾ ਕੇ ਥੋੜ੍ਹਾ ਬਹੁਤਾ ਹਿਲਾ ਲਓ ਸਰੀਰ ਨੂੰ। ਉਹ ਕਹਿੰਦੇ ਨੇ ਛੱਡੋ ਪਰਾਂ, ਇਹ ਕੰਮ ਕਿਉਂ ਕਹਿੰਦੇ ਜੇ। ਬਸ 12 ਸਾਲਾਂ ਦੇ ਵਿੱਚ ਕੀ ਹੋ ਜਾਂਦਾ, ਮਜਬੂਰੀ ਬਣ ਜਾਂਦੀ ਵੀ ਜੇ ਹੁਣ ਨਾ ਹਿਲਾਇਆ ਨਾ ਤਾਂ ਹੁਣ ਜਾਮ ਹੀ ਹੋ ਜਾਣਾ। ਔਰ ਮੈਂ ਇਮਾਨਦਾਰੀ ਦੇ ਨਾਲ ਇਸ ਗੱਲ ਨੂੰ ਕਹਿੰਦਾ ਹਾਂ, ਸਾਡੇ ਸ਼ਹਿਰ ਦੇ ਵਿੱਚ ਲੋਕਾਂ ਨੇ ਬਿਮਾਰੀਆਂ ਸਿਰਫ 2 ਚੀਜ਼ਾਂ ਤੋਂ ਲਵਾਈਆਂ ਨੇ, ਗਲਤ ਖਾਣ ਤੋਂ ਅਤੇ ਬਹੁਤੀਆਂ ਆਰਾਮਾਂ ਤੋਂ, ਬਹੁਤੀਆਂ ਸੁੱਖਾਂ ਤੋਂ। ਸਿਰਫ ਇਸ ਚੀਜ਼ ਨੇ ਬਿਮਾਰੀਆਂ ਲਵਾਈਆਂ ਨੇ। ਸਾਡਾ ਸੁੱਖ ਇਸ ਕਰਕੇ ਰੋਗ ਬਣ ਗਿਆ ਸਾਡੇ ਲਈ। ਹੈ ਦੁੱਖ ਹੈ, ਸਾਨੂੰ ਵੀ ਪਤਾ ਵੀ ਤੁਹਾਨੂੰ ਕੋਈ ਕਹੇ ਹਾਂ ਵੀ 4 ਵਜੇ ਉੱਠ ਕੇ ਗੁਰਦੁਆਰੇ ਆਓ ਜਾਂ 4 ਵਜੇ ਉੱਠ ਕੇ ਤੁਸੀਂ ਕਿਤੇ ਕਸਰਤ ਕਰੋ। ਕਿਹਦਾ ਜੀਅ ਕਰਦਾ 4 ਵਜੇ ਉੱਠ ਕੇ ਕਸਰਤ ਕਰਨ ਨੂੰ? ਸਵੇਰੇ ਉੱਠਣ ਨੂੰ ਕਿਹਦਾ ਜੀਅ ਕਰਦਾ? ਅਤੇ ਫਿਰ ਪਏ ਰਹੋ 9-9 ਵਜੇ ਤੱਕ ਬੈੱਡਾਂ ਦੇ ਉੱਤੇ, ਅਤੇ ਫਿਰ ਦੁੱਖ ਕੀ ਬਣੇਗਾ? ਦੁੱਖ ਰੋਗ ਬਣ ਜਾਏਗਾ, ਕੀੜੇ ਬਣ ਜਾਵਾਂਗੇ ਉੱਥੇ। ਮਹਾਰਾਜ ਜੀ ਨੇ ਇਸ ਗੱਲ ਨੂੰ ਇੱਦਾਂ ਬੋਲਿਆ ਹੈ, ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਹਜ਼ੂਰ ਕਹਿੰਦੇ ਨੇ ਦੁੱਖ ਦਾਰੂ, ਉਹ ਦੁੱਖ ਨੂੰ ਐਡਾ ਬੁਰਾ ਕਿਉਂ ਪ੍ਰੈਜ਼ੈਂਟ ਕਰੀ ਜਾਂਦੇ ਜੇ? ਉਹ ਦੁੱਖ ਨੇ ਸਾਡਾ ਇਲਾਜ ਬਣਨਾ ਹੈ। ਪਰ ਅਸੀਂ ਚਾਹੁੰਦੇ ਹੀ ਨਹੀਂ ਹਾਂ ਵੀ ਇੱਦਾਂ ਦਾ ਦੁੱਖ ਜ਼ਿੰਦਗੀ 'ਚ ਲੈ ਕੇ ਆਈਏ। ਅਸੀਂ ਚਾਹੁੰਦੇ ਨਹੀਂ ਹਾਂ ਇੱਦਾਂ ਦਾ ਦੁੱਖ। ਹਜ਼ੂਰ ਕਹਿੰਦੇ ਨੇ ਅਸੀਂ ਤਾਂ ਸੁੱਖਾਂ ਦੇ ਵੱਲ ਦੌੜਦੇ ਪਏ ਹਾਂ, ਅਤੇ ਸਾਡੇ ਲਈ ਸੁੱਖ ਜਿਹੜੇ ਨੇ, ਸੁੱਖ ਕੀ ਬਣ ਜਾਂਦੇ ਨੇ? ਸੁੱਖ ਰੋਗ ਪਿਆ, ਸਾਡੇ ਲਈ ਸੁੱਖ ਬਿਮਾਰੀਆਂ ਬਣ ਜਾਂਦੇ ਨੇ। ਮੈਂ ਇੱਕ ਬਚਨ ਭਾਈ ਗੁਰਦਾਸ ਸਾਹਿਬ ਜੀ ਦਾ ਆਪ ਜੀ ਦੇ ਅੱਗੇ ਰੱਖ ਦੇਵਾਂ। ਇਹ ਵੇਖ ਲਓ, ਰੱਬ ਦੀ ਖੇਡ ਹੀ ਇੱਦਾਂ ਦੀ ਹੈ। ਮਹਾਰਾਜ ਕਹਿੰਦੇ ਵੀ ਮੈਂ ਤਾਂ ਰੱਬਾ ਤੇਰੇ ਤੋਂ ਹੈਰਾਨ ਹਾਂ ਵੀ ਜਿਹਨੂੰ ਮੈਂ ਦੁੱਖ ਕਹਿੰਦਾ ਹਾਂ ਤੂੰ ਕਹਿ ਦਿੰਦਾ ਹੈ ਵੀ ਇਹ ਦੁੱਖ ਤੇਰੇ ਲਈ ਚੰਗਾ ਹੈ। ਜਿਹਨੂੰ ਮੈਂ ਕਹਿ ਦਿੰਦਾ ਵੀ ਸੁੱਖ ਹੈ, ਆਹ ਸੁੱਖ ਮੈਨੂੰ ਦੇ, ਤੂੰ ਮੈਨੂੰ ਅੱਗੋਂ ਕਹਿ ਦਿੰਦਾ ਵੀ ਇਹ ਸੁੱਖ ਤੇਰੇ ਲਈ ਨਿਕੰਮਾ ਹੈ, ਤੂੰ ਇਸ ਸੁੱਖ ਦੇ ਵੱਲ ਨਾ ਜਾ। ਪਰ ਅਸੀਂ ਜਾਂਦੇ ਹਾਂ। ਆ ਤੁਹਾਡੇ ਵਹਿੰਦਿਆਂ ਹੀ ਸਾਡੀ ਤੁਰਨ ਦੀ ਆਦਤ ਕਿੰਨੀ ਘਟ ਗਈ। ਕਿਸੇ ਦੂਸਰੇ ਦੇ ਵੱਲ ਵੇਖਣ ਦੀ ਲੋੜ ਹੀ ਨਹੀਂ। ਆਪਣੀ ਜ਼ਿੰਦਗੀ ਦੇ ਅੱਜ ਤੋਂ 15 ਸਾਲ ਪਿੱਛੇ ਵੱਲ ਵੇਖ ਲਓ। ਜੇ ਅਸੀਂ ਐਡੇ ਵੱਡੇ ਹਾਂ ਤੇ ਅਸੀਂ 15 ਸਾਲ ਪਹਿਲਾਂ ਕਿੰਨਾ ਤੁਰਦੇ ਹੁੰਦੇ ਸੀ ਅਤੇ ਹੁਣ ਕਿੰਨਾ ਤੁਰਦੇ ਹਾਂ। ਇਹ ਨਹੀਂ ਕਿ ਅਸੀਂ ਤੁਰ ਨਹੀਂ ਸਕਦੇ, ਤੁਰ ਸਕਦੇ ਹਾਂ, ਪਰ ਸਾਡੇ ਕੋਲ ਸੁੱਖ ਸਹੂਲਤਾਂ ਹੀ ਇੰਨੀਆਂ ਆ ਗਈਆਂ ਨੇ ਕਿ ਅਸੀਂ ਥੋੜ੍ਹਾ ਜਿਹਾ ਵੀ ਪੈਂਡਾ ਕਰਨਾ ਹੋਵੇ ਤਾਂ ਅਸੀਂ ਤੁਰਨ ਨੂੰ ਪ੍ਰੈਫਰ ਕਰਦੇ ਹੀ ਨਹੀਂ ਹਾਂ। ਔਰ ਇਸ ਕਰਕੇ ਨਹੀਂ ਪ੍ਰੈਫਰ ਕਰਦੇ, ਸਾਨੂੰ ਲੱਗਦਾ ਸਾਡੀ ਸ਼ਾਨ ਦੇ ਵਿੱਚ ਫਰਕ ਪੈ ਜਾਂਦਾ ਹੈ। ਫਿਰ ਜਦੋਂ ਡਾਕਟਰ ਲਿਖ ਕੇ ਦਿੰਦਾ ਨਾ ਵੀ ਜਾਣਾ ਹੀ ਪੈਣਾ, ਫਿਰ ਦਿੱਕਤ ਆ ਜਾਂਦੀ। ਫਿਰ ਸਾਨੂੰ ਲੱਗਦਾ ਵੀ ਨਹੀਂ। ਅਤੇ ਜੇ ਉਹ ਚੀਜ਼ ਪਹਿਲਾਂ ਹੀ ਸ਼ੁਰੂ ਕੀਤੀ ਹੁੰਦੀ, ਉਦੋਂ ਮੈਨੂੰ ਲੱਗਦਾ ਸੀ ਵੀ ਇਹ ਤਾਂ ਬੜਾ ਵੱਡਾ ਦੁੱਖ, ਮੈਂ ਕਿਉਂ ਉਠਾਵਾਂ, ਮੈਂ ਕਿਉਂ ਕਸ਼ਟ ਦੇਵਾਂ ਆਪਣੇ ਸਰੀਰ ਨੂੰ। ਉਦੋਂ ਕਸ਼ਟ ਨਹੀਂ ਦਿੱਤਾ, ਹੁਣ ਸਰੀਰ ਨੂੰ ਆਪਣੇ ਆਪ ਹੀ ਕਸ਼ਟ ਆ ਗਿਆ ਹੈ, ਹੁਣ ਕਸ਼ਟ ਖੁਦ ਦੇਣਾ ਪੈ ਰਿਹਾ। ਇਹਨੂੰ ਗੁਰੂ ਸਾਹਿਬ ਨੇ ਸਿਰਫ ਇੱਦਾਂ ਕਿਹਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਭਈ ਕੁਝ ਗੱਲਾਂ ਤਾਂ ਵੈਸੇ ਨਾ ਰੱਬ ਨੇ ਇੱਦਾਂ ਦੀਆਂ ਬਣਾਈਆਂ ਨੇ, ਜੇ ਦੁੱਖ ਪੈਦਾ ਹੀ ਨਾ ਹੋਵੇ ਤਾਂ ਸਾਡੇ ਵਰਗੇ ਤਾਂ ਬ੍ਰੇਕਾਂ ਹੀ ਨਾ ਲਾਉਣ ਕਿਸੇ ਪਾਸੇ। ਜੇ ਦੁੱਖ ਪੈਦਾ ਹੀ ਨਾ ਹੋਵੇ, ਬ੍ਰੇਕ ਹੀ ਨਾ ਹੋਵੇ। ਉਹ ਕਹਿੰਦੇ ਨੇ ਜੈਸੇ ਧੋਬੀ ਸਾਬਨ ਲਗਾਏ ਪੀਟੇ ਪਾਥਰ ਸੇ ਨਿਰਮਲ ਕਰਤ ਹੈ ਬਸਨ ਮਲੀਨ ਕੋ। ਕੱਪੜੇ ਨੂੰ ਧੋਣ ਤੋਂ ਪਹਿਲਾਂ ਵੇਖੋ ਕੀ ਕੀਤਾ ਜਾਂਦਾ। ਧੋਬੀ ਤੇ ਪਟਕਦੇ ਸੀ, ਮਸ਼ੀਨਾਂ ਦੇ ਵਿੱਚ ਵੀ ਤਾਂ ਉਹ ਕੁਝ ਹੀ ਹੋ ਰਿਹਾ। ਜਦੋਂ ਉਹਨੂੰ ਘੁਮਾਇਆ ਜਾਂਦਾ ਮਸ਼ੀਨ ਦੇ ਵਿੱਚ, ਕਦੀ ਵੇਖੋ ਇੱਕ ਪਾਸੇ ਨੂੰ ਘੁੰਮਦੀ ਹੈ, ਕਦੀ ਕਲੋਕਵਾਈਜ਼, ਕਦੀ ਐਂਟੀ ਕਲੋਕਵਾਈਜ਼, ਸਾਰਿਆਂ ਦੇ ਵਿੱਚ ਇਹੋ ਕੁਝ ਚੱਲਦਾ ਪਿਆ। ਕਿੰਨਾ ਦੁੱਖ ਹੈ। ਮਾੜੇ ਕੱਪੜੇ ਤੇ ਪਾਟ ਵੀ ਜਾਂਦੇ ਨੇ, ਤੁਹਾਨੂੰ ਪਤਾ ਹੀ ਉਹਦੇ ਵਿੱਚ।
ਜੈਸੇ ਧੋਬੀ ਸਾਬਨ ਲਗਾਏ ਪੀਟੈ ਪਾਥਰ ਸੈ, ਪੱਥਰ ਦੇ ਨਾਲ ਉਹਨੂੰ ਕੁੱਟਦਾ ਪਿਆ ਹੈ। ਕਿਉਂ ਕੁੱਟਦਾ ਪਿਆ ਹੈ? ਨਿਰਮਲ ਹੋ ਜਾਵੇ, ਸਾਫ਼ ਹੋ ਜਾਵੇ। ਨਿਰਮਲ ਕਰਤ ਹੈ ਬਸਨ ਮਲੀਨ ਕੋ, ਜੈਸੇ ਤੋ ਸੁਨਾਰ ਬਾਰੰਬਾਰ ਗਾਰ ਗਾਰ ਢਰ ਕਰਤ ਅਸ਼ੁੱਧ ਸ਼ੁੱਧ ਕੰਚਨ ਕੁਲੀਨ ਕੋ। ਸੋਨੇ ਥੱਲੇ ਅੱਗ ਕਿਉਂ ਬਾਲੀ ਗਈ? ਖੋਟ ਨਿਕਲ ਜਾਵੇ, ਇਸ ਕਰਕੇ ਬਾਲੀ ਗਈ। ਤੇ ਫਿਰ ਜੈਸੇ ਤੋ ਪਵਨ ਚੱਕ ਝੋਰਤ ਬਿਰਖ ਮਿਲ, ਮੱਲਿਆ ਗੰਧ ਕਰਤ ਹੈ ਚੰਦਨ ਪ੍ਰਬੀਨ ਕੋ। ਚੰਦਨ ਦਾ ਬਾਗ ਹੋਵੇ ਕਿੱਡਾ ਵੱਡਾ, 500 ਦਰਖਤ ਲੱਗਾ ਹੋਵੇ, ਜਦੋਂ ਤੱਕ ਹਵਾ ਚੱਲ ਕੇ ਦੂਸਰੇ ਏਰੀਏ ਦੇ ਵਿੱਚ ਜਾਵੇਗੀ ਨਹੀਂ, ਉਹਨਾਂ ਦਰਖਤਾਂ ਦੇ ਵਿੱਚੋਂ ਦੀ ਹਵਾ ਕ੍ਰੋਸ ਨਹੀਂ ਹੋਵੇਗੀ, ਏਰੀਆ ਸੁਗੰਧਿਤ ਕਿੱਦਾਂ ਹੋਵੇਗਾ? ਮਹਾਰਾਜ ਕਹਿੰਦੇ ਬਸ ਜਿੱਦਾਂ ਸੋਨੇ ਨੂੰ ਤਾਇਆ ਜਾਂਦਾ ਨਾ, ਅੱਗ ਬਾਲੀ ਜਾਂਦੀ ਹੈ, ਜਿੱਦਾਂ ਕੱਪੜੇ ਨੂੰ ਧੋਤਾ ਜਾਂਦਾ ਹੈ ਤੇ ਉਹਨੂੰ ਕਸ਼ਟ ਦਿੱਤਾ ਜਾਂਦਾ ਹੈ, ਤੇ ਜਿੱਦਾਂ ਦਰਖਤਾਂ ਦੇ ਵਿੱਚੋਂ ਜਦੋਂ ਹਵਾ ਨਿਕਲਦੀ ਹੈ ਤੇ ਇੱਕ ਵਾਰ ਤੇ ਪੱਤੇ ਹਿਲਦੇ ਨੇ, ਪਰ ਕਿਉਂ ਹਿਲਦੇ ਨੇ? ਤਾਂ ਕਿ ਆਲਾ ਦੁਆਲਾ ਸੁਗੰਧਿਤ ਹੋ ਜਾਵੇ। ਦਾਤਾਰ ਕਹਿੰਦੇ ਨੇ ਤੈਸੇ ਗੁਰਸਿੱਖਨ, ਭਾਈ ਗੁਰਦਾਸ ਸਾਹਿਬ, ਤੈਸੇ ਗੁਰਸਿੱਖਨ ਦਿਖਾਏ ਕਿ ਬ੍ਰਿਥਾ ਵਿਵੇਕ ਮਾਇਆ ਮਲ ਕੱਟ ਕਰੇ ਨਿਜ ਪਦ ਚੀਨ ਕੋ। ਮਹਾਰਾਜ ਇਸ ਕਰਕੇ ਵੀ ਸਿੱਖਾਂ ਨੂੰ ਦੁੱਖ ਦਿਖਾ ਦਿੰਦਾ ਹੈ ਵੀ ਥੋੜੇ ਜਿਹੇ ਦੁਖੀ ਹੋਵੋਗੇ ਤਾਂ ਤੁਹਾਨੂੰ ਸੁੱਖ ਦੀ ਸਮਝ ਆ ਜਾਵੇਗੀ ਵੀ ਦੁੱਖ ਵੀ ਸੁੱਖ ਵੀ ਕੋਈ ਚੀਜ਼ ਹੈ ਇਸ ਦੁਨੀਆ ਦੇ ਵਿੱਚ, ਸੁੱਖ ਦੀ ਕਦਰ ਕਰਨ ਲੱਗ ਪਵੋਗੇ। ਤੈਸੇ ਗੁਰਸਿੱਖਨ ਦਿਖਾਏ ਕਿ ਬ੍ਰਿਥਾ ਵਿਵੇਕ, ਕਿਤੇ ਨਾ ਕਿਤੇ ਤੇ ਉਹ ਪੀੜ ਦਿਖਾਉਂਦਾ ਹੈ। ਉਹਦਾ ਕਾਰਨ ਹੈ ਭਾਵੇਂ ਕਿ ਸਾਡੀ ਆਪ ਹੀ ਸਹੇੜੀ ਹੋਈ ਪੀੜ ਹੈ, ਪੀੜ ਦਿਖਾਉਂਦਾ ਹੈ ਸਿੱਖ ਨੂੰ ਤਾਂ ਕਿ ਸਿੱਖ ਨੂੰ ਜਿਹੜਾ ਹੈ ਪੀੜ ਤੋਂ ਬਾਅਦ ਆਰਾਮ ਦੀ ਕਦਰ ਹੋ ਜਾਵੇ। ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ। ਇੱਕ ਗੱਲ ਆਪ ਜੀ ਦੇ ਅੱਗੇ ਰੱਖ ਕੇ ਤੇ ਫਿਰ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿੰਨੀ ਕਦਰ ਜਿਹੜੇ ਬੰਦੇ ਦੇ ਕੋਲ ਲੱਤ ਹੋ ਕੇ ਲੱਤ ਚਲੀ ਗਈ ਹੈ, ਜਿੰਨਾ ਦੁੱਖ ਲੱਤ ਗਵਾਉਣ ਦਾ ਉਹਨੂੰ ਹੈ, ਸਾਨੂੰ ਉਹਨਾਂ ਦੁੱਖ ਹੈ ਹੀ ਨਹੀਂ। ਅਸੀਂ ਕਦੀ ਸਮਝਿਆ ਵੀ ਨਹੀਂ ਇਸ ਲੱਤ ਨੂੰ ਇੱਦਾਂ ਦੀ ਵੀ ਸਾਡੇ ਕੋਲ ਏਡੀ ਕਮਾਲ ਦੀ ਚੀਜ਼ ਹੈ। ਕੋਈ ਵੀ ਸਰੀਰ ਦਾ ਅੰਗ ਹੋਵੇ, ਮਾੜਾ ਜਿਹਾ ਕਿਤੇ ਕੰਮ ਕਰਨਾ ਬੰਦ ਕਰ ਦੇਵੇ, ਸਾਡੇ ਸਰੀਰ ਦੇ ਨਾਲ ਹੀ ਲੱਗਾ ਹੋਵੇ ਨਾ, ਤੇ ਬੰਦੇ ਨੂੰ ਟੈਨਸ਼ਨ ਪੈ ਜਾਂਦੀ ਹੈ ਵੀ ਪਤਾ ਨਹੀਂ ਕੀ ਬਣ ਜਾਣਾ ਸਾਡੇ ਨਾਲ, ਤੇ ਹੈਰਾਨ ਹੋ ਜਾਈਦਾ ਹੈ। ਜਦੋਂ ਅਸੀਂ ਠੀਕ ਹੁੰਦੇ ਹਾਂ ਫਿਰ ਕੌਣ ਸੋਚਦਾ ਇਹਨਾਂ ਚੀਜ਼ਾਂ ਦੇ ਬਾਰੇ? ਫਿਰ ਅਸੀਂ ਸਰੀਰ ਦੇ ਵੱਲ ਧਿਆਨ ਹੀ ਨਹੀਂ ਦਿੰਦੇ। ਅਸੀਂ ਆਪਣੇ ਆਪ ਨੂੰ ਸੌਖਾ ਰੱਖਣਾ ਚਾਹੁੰਦੇ ਹਾਂ, ਕਿਉਂਕਿ ਉਹ ਇੱਕ ਨਾ ਗੱਲ ਕਹੀ ਜਾਂਦੀ ਹੁੰਦੀ ਨਾ ਵੀ ਜਿੱਦਾਂ ਉਹ ਭਾਵੇਂ ਇੱਕ ਸਮਝ ਲਓ ਵੀ ਕਹਾਣੀ ਹੈ ਵੀ ਜੀ ਉਹਨੇ ਆਪਣੇ ਲਾਗੇ ਨਾ ਜਿੰਨ ਰੱਖਿਆ ਹੋਇਆ ਸੀ ਤੇ ਜਿੰਨ ਉਹਦੇ ਸਾਰੇ ਕੰਮ ਕਰਦਾ ਸੀ, ਉਹ ਅਲਾਦੀਨ ਦੇ ਚਿਰਾਗ ਵਾਲਾ ਹਿਸਾਬ ਹੋ ਗਿਆ। ਹੈ ਮਿੱਥ ਕਹਾਣੀ ਹੈ, ਪਰ ਉਹਦੇ ਪਿੱਛੇ ਕਾਰਨ ਸੀ ਸਭ ਤੋਂ ਵੱਡਾ ਇਹੋ ਹੀ ਹੈ ਵੀ ਮੈਂ ਜੋ ਚਾਹਾਂ ਉਹ ਹੋ ਜਾਵੇ। ਮੈਂ ਚਾਹੁੰਦਾ ਹਾਂ ਹਾਏ ਉੱਠ ਕੇ ਰੋਟੀ ਪਕਾਉਣੀ ਪੈਂਦੀ ਹੈ, ਨਾ ਹੀ ਪਕਾਉਣੀ ਪਵੇ, ਚਲੋ ਮੰਨ ਲਓ ਨਾ ਹੋਵੇ ਇੱਦਾਂ 10 ਸਾਲ ਨਾ ਪਕਾਉਣੀ ਪਵੇ। ਮੈਂ ਚਾਹੁੰਦਾ ਵੀ ਕਮਰਾ ਸਾਫ਼ ਰੋਜ਼ ਕਰਨਾ ਪੈਂਦਾ ਹੈ, ਨਾ ਕਰਨਾ ਪਵੇ, ਚਲੋ 10 ਸਾਲ ਹੀ ਬੰਦ ਕਰ ਦਿੱਤਾ, ਨਹੀਂ ਕਮਰਾ ਸਾਫ਼ ਹੋਵੇਗਾ। ਮੈਂ ਕੀ ਚਾਹੁੰਦਾ ਹਾਂ ਵੀ ਬੈੱਡ 'ਤੇ ਪਿਆ ਰਹਾਂ ਬਸ। ਅਤੇ ਮੈਂ ਆਪ ਜੀ ਇਮਾਨਦਾਰੀ ਦੇ ਨਾਲ ਇਸ ਗੱਲ ਨੂੰ ਸੋਚ ਕੇ ਵੇਖਿਓ, ਅਸੀਂ ਕਿਤੇ ਸੌਂਦੇ ਹਾਂ ਨਾ ਜਦੋਂ, ਅਤੇ ਸੁੱਤਿਆਂ ਸਾਡੇ ਸਰੀਰ ਦਾ ਇੱਕ ਹਿੱਸਾ ਕਿਤੇ ਸਾਡੇ ਸਰੀਰ ਦੇ ਹਿੱਸੇ ਨਾਲ ਹੀ ਦਬ ਜਾਵੇ ਅਤੇ ਕੀ ਹੋ ਜਾਂਦਾ, ਉਹ ਸਾਡਾ ਅੰਗ ਸੌਂ ਜਾਂਦਾ, ਸਰੀਰ ਦਾ ਸਰਕਲ ਰੁਕ ਜਾਂਦਾ। ਅਤੇ ਜੇ ਭਲਾ 6-7 ਮਹੀਨੇ ਸਾਨੂੰ ਸੁੱਤੇ ਹੀ ਰਹਿਣਾ ਪੈ ਜਾਵੇ ਇੱਕੋ ਬੈੱਡ 'ਤੇ, ਅਤੇ ਕਿਤੇ ਨਾ ਕਿਤੇ ਬੁਰਾ ਤਾਂ ਲੱਗੇਗਾ। ਪਰ ਸਾਨੂੰ ਨਹੀਂ ਲੱਗਦਾ ਵੀ ਅਸੀਂ ਉਹੋ ਜਿਹੀ ਕਾਮਨਾ ਕਰਦੇ ਪਏ ਹਾਂ। ਜਿਹੜਾ ਰੋਗੀ ਹੋ ਕੇ 6 ਮਹੀਨੇ ਬੈੱਡ ਦੇ ਉੱਤੇ ਪਏ ਨੂੰ ਹੋ ਗਿਆ, ਉਹਨੂੰ ਪੁੱਛ ਕੇ ਵੇਖੋ ਕਿ ਤੂੰ ਸੌਖਾ ਪਿਆ ਹੈ, ਉਹ ਤਾਂ ਕਹਿੰਦਾ ਵੀ ਕਿਹੜਾ ਵੇਲਾ ਹੋਵੇ ਮੈਂ ਉੱਠ ਕੇ ਤੁਰਾਂ। ਅਤੇ ਅਸੀਂ ਚੰਗੇ ਭਲੇ ਅਸੀਂ ਚਾਹੁੰਦੇ ਹਾਂ ਵੀ ਨਹੀਂ ਬੈਠੇ ਹੀ ਸਾਰਾ ਕੁਝ ਮਿਲੀ ਜਾਵੇ, ਫਿਰ ਤਾਂ ਬੜੀ ਵਧੀਆ ਗੱਲ ਹੈ। ਮਹਾਰਾਜ ਕਹਿੰਦੇ ਇਸ ਸੁੱਖ ਨੇ ਸਾਡੇ ਲਈ ਰੋਗ ਬਣ ਜਾਣਾ। ਜਿਹਨੂੰ ਅਸੀਂ ਚਾਹੁੰਦੇ ਹਾਂ ਨਾ ਵੀ ਦੁੱਖ ਹੈ ਸਾਡੇ ਲਈ, ਉਹ ਸਾਡੇ ਲਈ ਇਲਾਜ ਦਾ ਕੰਮ ਕਰੇਗਾ। ਲੱਗਦਾ ਤਾਂ ਹੈ ਵੀ ਬਾਣੀ ਕਿਉਂ ਪੜ੍ਹੀਏ, ਅਤੇ ਮਹਾਰਾਜ ਕਹਿੰਦੇ ਇਸ ਬਾਣੀ ਨੇ ਇਲਾਜ ਕਰਨਾ ਹੈ। ਕਿਉਂ? ਸਾਨੂੰ ਅਗਿਆਨਤਾ 'ਚੋਂ ਕੱਢਣਾ ਹੈ। ਆਪ ਜੀ ਦੇ ਅੱਗੇ ਹੋਰ ਇੱਕ ਬੇਨਤੀ ਕਰ ਦੇਵਾਂ। ਹਜ਼ੂਰ ਕਹਿੰਦੇ ਐ ਵਾਹਿਗੁਰੂ ਮੈਂ ਹੈਰਾਨ ਹਾਂ ਤੇਰੇ ਇਸ ਕਾਰਨਾਮੇ ਤੋਂ, ਦੁੱਖ ਦਾਰੂ ਸੁੱਖ ਰੋਗ ਪਿਆ। ਦੁੱਖ ਜੀਵਾਂ ਲਈ ਇਲਾਜ ਬਣ ਜਾਂਦਾ ਹੈ। ਆਪਣੇ ਆਪਣੇ ਦੁੱਖਾਂ ਨੂੰ ਸੋਚ ਕੇ ਵੇਖਿਓ। ਮੈਂ ਫਿਰ ਕਹਿ ਦੇਵਾਂ, ਅਸੀਂ ਜਿੰਨੇ ਬੈਠੇ ਹੋਵਾਂਗੇ ਨਾ ਕੋਈ ਦੁੱਖ ਹੋਵੇਗਾ, ਕਿਸੇ ਨਾ ਕਿਸੇ ਚੀਜ਼ ਤੋਂ ਅਸੀਂ ਔਖੇ ਹੋਵਾਂਗੇ। ਸਤਿਗੁਰੂ ਕਹਿੰਦੇ ਉਹਨੂੰ ਵੇਖਣ ਦੇ ਲਈ ਆਪਣੀ ਥਿੰਕਿੰਗ ਕਿਉਂ ਨਹੀਂ ਬਦਲਦੇ? ਸਾਨੂੰ ਇਹੋ ਲੱਗਦਾ ਵੀ ਇਹ ਖਤਮ ਹੋ ਜਾਵੇ। ਮੈਂ ਆਪ ਜੀ ਦੇ ਅੱਗੇ ਬੇਨਤੀ ਕੀਤੀ ਸੀ, ਮਹਾਰਾਜ ਕਹਿੰਦੇ ਕਦੀ ਵੀ ਦੁੱਖ ਨਹੀਂ ਜੇ ਜ਼ਿੰਦਗੀ 'ਚੋਂ ਖਤਮ ਹੋਣੇ, ਕਦੀ ਵੀ ਨਹੀਂ ਜੇ ਖਤਮ ਹੋਣੇ। ਅਸੀਂ ਕਦੀ ਨੋਟ ਲੈ ਕੇ ਆਏ ਹੋਈਏ ਜਾਂ ਸਿੱਕਾ ਲੈ ਕੇ ਆਈ ਹੋਵੇ ਅਤੇ ਵੀ ਹੈੱਡ ਮੇਰੇ ਕੋਲ ਆ ਗਿਆ ਅਤੇ ਟੇਲ ਮੇਰੇ ਕੋਲ ਆਇਆ ਹੀ ਨਹੀਂ, ਕਦੀ ਨਹੀਂ ਇੱਦਾਂ ਹੁੰਦਾ। ਜਦੋਂ ਸੁੱਖ ਆਵੇਗਾ, ਸੁੱਖ ਆਪਣੇ ਨਾਲ ਆਪਣਾ ਦੂਸਰਾ ਪਾਸਾ ਦੁੱਖ ਲੈ ਕੇ ਆਉਂਦਾ ਹੀ ਆਉਂਦਾ ਹੈ। ਆਪਾਂ ਜੋ ਪਹਿਲਾਂ ਸ਼ਬਦ ਸਾਰੇ ਵਿਚਾਰ ਕੇ ਹਟੇ, ਅਤੇ ਗੁਰੂ ਸਾਹਿਬ ਨੇ ਇੱਕ ਗੱਲ ਬੋਲੀ ਹੈ, ਵੈਸੇ ਸਾਡੇ ਦੁਖੀ ਹੋਣ ਦਾ ਬੜਾ ਵੱਡਾ ਕਾਰਨ ਹੈ। ਮਹਾਰਾਜ ਕਹਿੰਦੇ ਪਹਿਲਾਂ ਅਸੀਂ ਦੁੱਖ ਖਰੀਦਦੇ ਹਾਂ, ਅਤੇ ਜਦੋਂ ਸਾਡੇ ਦੁੱਖ ਸਾਡੇ ਕੋਲੋਂ ਦੂਰ ਹੁੰਦੇ ਨੇ ਸਾਨੂੰ ਤਾਂ ਵੀ ਦੁੱਖ ਲੱਗਦਾ। ਦੁਖੀ ਦੁਨੀ ਸਹੇੜੀ ਹੈ, ਜਾਏ ਤਾਂ ਲੱਗੈ ਦੁੱਖ,
ਕਿੰਨਾ ਔਖਾ ਹੋ ਕੇ ਅਸੀਂ ਇਸ ਜ਼ਿੰਦਗੀ ਨੂੰ ਜੀ ਰਹੇ ਹਾਂ। ਇਹਨੂੰ ਕਹਿੰਦੇ ਵੀ ਦੁਨੀਆ ਸਹੇੜਨੀ, ਆਪਣੇ ਖਿਲਾਰੇ ਨੇ। ਦੁਖੀ ਦੁਨੀ ਸਹੇੜੀ ਹੈ। ਦੁਖੀ ਹੋ ਕੇ ਅਸੀਂ ਦੁਨੀਆ ਨੂੰ ਖਿਲਾਰਦੇ ਪਏ ਹਾਂ। ਅਤੇ ਜੇ ਕਿਤੇ ਸਾਡੇ ਉੱਥੋਂ ਦੁਨੀਆ ਦੀ ਕੋਈ ਚੀਜ਼ ਚਲੀ ਜਾਂਦੀ ਸਾਨੂੰ ਤਾਂ ਵੀ ਦੁੱਖ ਲੱਗਦਾ। ਪਹਿਲਾਂ ਅਸੀਂ ਕਿਸੇ ਚੀਜ਼ ਨੂੰ ਇਕੱਠਾ ਕਰਨ ਦੇ ਲਈ ਔਖੇ ਹੋਏ, ਕਿੰਨਾ ਦੁੱਖ ਹੋਇਆ ਨਾ ਵੀ ਆਹ ਮੇਰੇ ਘਰ ਦੇ ਵਿੱਚ ਆ ਜਾਵੇ। ਕਿੰਨੀ ਮਿਹਨਤ ਕੀਤੀ, ਕਈ ਸਾਲ ਮਿਹਨਤ ਕੀਤੀ, ਉਹ ਆ ਗਈ ਘਰ ਦੇ ਵਿੱਚ। ਪੱਕੀ ਤੇ ਰਹਿਣੀ ਨਹੀਂ ਸੀ ਹੱਥ ਦੇ ਵਿੱਚ, ਉਹ ਹੱਥੋਂ ਚਲੀ ਗਈ। ਜਿੰਨਾ ਦੁੱਖ ਇਕੱਠਾ ਕਰਦਿਆਂ ਲੱਗਾ, ਉਹ ਤੋਂ ਜ਼ਿਆਦਾ ਦੁੱਖ ਉਹਦੇ ਗਵਾਚਦਿਆਂ ਲੱਗਾ। ਦੁਖੀ ਦੁਨੀ ਸਹੇੜੀ ਹੈ, ਜਾਏ ਤਾਂ ਲੱਗਿਆ ਦੁੱਖ। ਮਹਾਰਾਜ ਕਹਿੰਦੇ ਨੇ ਫਿਰ ਕੀ ਹੋਇਆ, ਜਿਹੜੀ ਵੀ ਚੀਜ਼ ਨੂੰ ਮੈਂ ਸੋਚਦਾ ਹਾਂ ਵੀ ਆਹ ਮੇਰੇ ਲਈ ਸੁੱਖ ਹੈ, ਸਤਿਗੁਰੂ ਕਹਿੰਦੇ ਨੂੰ ਧਿਆਨ ਦੇ ਨਾਲ ਸੋਚ ਕੇ ਵੇਖਿਓ ਵੀ ਇਹ ਵਾਕਿਆ ਮੇਰੇ ਲਈ ਸੁੱਖ ਹੈ ਕਿ ਕੱਲ੍ਹ ਨੂੰ ਕਿਤੇ ਬਿਮਾਰੀ ਨਾ ਬਣ ਜਾਵੇ। ਔਰ ਸਾਡੀ ਨਾ ਕੌਮ ਦੇ ਬਾਰੇ ਇੱਕ ਗੱਲ ਕਹੀ ਜਾਂਦੀ ਹੁੰਦੀ ਸੀ ਕਿ ਜਦੋਂ ਕੌਮ ਜਿਹੜੀ ਸੀ ਨਾ ਉਹ ਘੋੜਿਆਂ ਦੀ ਕਾਠੀ 'ਤੇ ਸੌਂਦੀ ਹੁੰਦੀ ਸੀ ਨਾ, ਅਤੇ ਉਦੋਂ ਕੌਮ ਦੀ ਸਿੱਖੀ ਬੜੀ ਚੜ੍ਹਦੀ ਕਲਾ ਦੇ ਵਿੱਚ ਸੀ। ਪਰ ਜਦੋਂ ਦੀ ਕੌਮ ਬਿਸਤਰਿਆਂ ਦੇ ਵਿੱਚ ਆ ਗਈ ਹੈ ਨਾ, ਕੌਮ ਅੰਮ੍ਰਿਤ ਵੇਲੇ 'ਤੇ ਵੀ ਸਵਾਲ ਕਰਨ ਲੱਗ ਪਈ ਹੈ। ਕੌਮ ਕਾਹਦੀ ਸਵਾਲ ਕਰਦੀ ਹੈ? ਸਾਡੇ ਵਰਗੇ ਨਹੀਂ ਮਾਣ ਹੁੰਦੇ। ਉਹਨਾਂ ਨੂੰ ਇੰਝ ਲੱਗਦਾ ਵੀ ਜੋ ਅਸੀਂ ਬੋਲਾਂਗੇ ਉਹੀ ਸਾਰਾ ਕੁਝ ਠੀਕ ਹੋਈ ਜਾਂਦਾ, ਕਿਉਂਕਿ ਸੁੱਖ ਮਿਲ ਗਿਆ ਨਾ। ਔਰ ਤੁਸੀਂ ਵੇਖ ਲਿਓ, ਤੁਹਾਡੇ ਵੇਖਣ ਦੀਆਂ ਗੱਲਾਂ ਨੇ, ਤੁਸੀਂ ਰੋਜ਼ ਆਉਣ ਵਾਲੇ ਜੇ, ਨਮਸਕਾਰ ਹੈ ਤੁਹਾਡੇ ਚਰਨਾਂ ਦੇ ਉੱਤੇ। ਵਿਚਾਰਵਾਨ ਕਹਿੰਦੇ ਹੁੰਦੇ ਨੇ ਵੀ ਬੰਦਾ ਦੁੱਖ ਵੇਲੇ ਬੰਦੇ ਨੂੰ ਮੰਦਿਰ ਵੀ ਚੇਤੇ ਆ ਜਾਂਦਾ ਅਤੇ ਬੰਦੇ ਨੂੰ ਗੁਰਦੁਆਰਾ ਵੀ ਚੇਤੇ ਆ ਜਾਂਦਾ। ਮੈਂ ਕੋਈ ਨਹੀਂ ਹਾਂ ਗੁਰਦੁਆਰੇ ਦਾ ਵੀ ਮੈਂ ਕਹਾਂ ਵੀ ਹੁਣ ਤੁਹਾਨੂੰ ਚੇਤੇ ਆ ਗਿਆ। ਮੈਂ ਕੌਣ ਹਾਂ ਕਹਿਣ ਵਾਲਾ? ਮੈਂ ਕੁਝ ਨਹੀਂ ਕਿਸੇ ਨੂੰ ਕਹਿ ਸਕਦਾ, ਪਰ ਮੈਂ ਬੇਨਤੀ ਜ਼ਰੂਰ ਕਰ ਸਕਦਾ ਹਾਂ। ਤੁਸੀਂ ਵੇਖੋ, ਬਹੁਤਾ ਸੁੱਖ ਹੋਵੇ ਨਾ ਅਤੇ ਬੰਦਾ ਗੁਰਦੁਆਰੇ ਦੇ ਲਾਗੋਂ ਵੀ ਗੱਡੀ ਇੱਦਾਂ ਭਜਾ ਕੇ ਕੱਢਦਾ ਵੀ ਦੱਸ ਛੱਡ ਪਰਾਂ, ਬਿਲਡਿੰਗ ਹੀ ਹੈ, ਕੀ ਇਹਦੇ ਵੱਲ ਹੋਣਾ। ਰੱਬ ਨਾ ਕਰੇ ਕੁਝ ਵਾਪਰ ਜਾਵੇ, ਥੋੜ੍ਹਾ ਜਿਹਾ ਇੱਧਰ ਉੱਧਰ ਜ਼ਿੰਦਗੀ ਹੋ ਜਾਵੇ, ਉਸੇ ਗੱਡੀ ਨੂੰ ਖਿਲਾਰ ਕੇ ਅਤੇ ਬੰਦਾ ਵੇਖੋ ਕਿੱਦਾਂ ਮੱਥਾ ਟੇਕਦਾ। ਕਿਉਂ? ਦੁੱਖ ਨੇ ਗੁਰਦੁਆਰਾ ਵੀ ਚੇਤੇ ਕਰਾਤਾ, ਦੁੱਖ ਨੇ ਮੰਦਿਰ ਵੀ ਚੇਤੇ ਕਰਾਤਾ। ਹੈਰਾਨੀ ਦੀ ਗੱਲ ਹੈ, ਜਿੰਨਾ ਸਾਡੇ ਪੱਲੇ ਸੁੱਖ ਆ ਗਿਆ, ਅਸੀਂ ਓਨਾ ਹੀ ਆਪਣਾ ਆਪਾ ਭੁੱਲਦੇ ਹਾਂ, ਅਤੇ ਜਿੰਨਾ ਆਪਾ ਭੁੱਲਦੇ ਹਾਂ ਅਸੀਂ ਹੋਰ ਰੋਗਾਂ ਦੇ ਵਿੱਚ ਫਸਣ ਦੀ ਕੋਸ਼ਿਸ਼ ਕਰਦੇ ਹਾਂ। ਸੁੱਖੋਂ ਉੱਠੇ ਰੋਗ ਪਾਪ ਕਮਾਇਆ, ਹਰਖੋਂ ਸੋਗ ਵਿਜੋਗ ਉਪਾਏ ਖਪਾਇਆ, ਮੂਰਖ ਗਣਤ ਗਣਾਏ ਝਗੜਾ ਪਾਇਆ। ਸਤਿਗੁਰੂ ਕਹਿੰਦੇ ਮੂਰਖ ਇੱਦਾਂ ਝਗੜੇ ਸ਼ੁਰੂ ਕਰਦੇ ਨੇ। ਆਪ ਜੀ ਦੇ ਅੱਗੇ ਇੱਕ ਗੱਲ ਕਰਾਂ ਅਤੇ ਫਿਰ ਅਸੀਂ ਅੱਗੇ ਇਸ ਵਿਸ਼ੇ ਨੂੰ ਗੱਲ ਕਰਾਂਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਇਹ ਗੱਲ ਜਿਹੜੀ ਬੋਲੀ ਹੈ, ਭਾਈ ਵੀਰ ਸਿੰਘ ਨੇ ਬੋਲੀ ਹੈ। ਅਸੀਂ ਜਦੋਂ ਕਿਸੇ ਦਾ ਦੁੱਖ ਖਤਮ ਕਰਦੇ ਹਾਂ ਤਾਂ ਇੱਦਾਂ ਖਤਮ ਕਰਦੇ ਹਾਂ ਵੀ ਮੰਗਤਾ ਇਸ ਕਰਕੇ ਦੁਖੀ ਹੈ ਵੀ ਇਹਨੂੰ ਕੋਈ ਦਾਨ ਨਹੀਂ ਕਰਦਾ ਪਿਆ, ਉਹਦੇ ਦਾਨ ਦੇ ਵਿੱਚ 2 ਰੁਪਏ ਪਾ ਦਿਓ ਅਤੇ ਉਹ ਸੁਖੀ ਹੋ ਜਾਵੇਗਾ। ਸਾਡੀ ਦੁਨੀਆ ਇੱਦਾਂ ਹੀ ਸੁੱਖ ਦਿੰਦੀ ਹੈ ਕਿਸੇ ਨੂੰ। ਪਰ ਗੁਰੂ ਸਾਹਿਬ ਨੇ ਇੱਕ ਗੱਲ ਸੁਣਾਈ ਸੀ ਸਿੱਖਾਂ ਦੇ ਪ੍ਰਤੀ, ਉਪਦੇਸ਼ ਦੇ ਵਿੱਚ ਉਹਨਾਂ ਨੇ ਬੋਲਿਆ। ਉਹ ਕਹਿੰਦੇ ਵੀ ਇੱਕ ਕੋਈ ਪਿੰਡ ਦੇ ਵਿੱਚ ਕੋੜ੍ਹ ਦਾ ਰੋਗੀ ਸੀ, ਬਿਮਾਰੀ ਉਹਨੂੰ ਬੜੀ ਖਤਰਨਾਕ ਸੀ ਅਤੇ ਲੋਕਾਂ ਦੇ ਕੋਲੋਂ ਪੈਸੇ ਮੰਗਦਾ ਸੀ ਕਿਉਂਕਿ ਕਮਾਈ ਤਾਂ ਕਰ ਨਹੀਂ ਸੀ ਕਰ ਸਕਦਾ। ਉੱਥੇ ਕਹਿੰਦੇ ਇੱਕ ਸਾਧ ਨਿਕਲਿਆ ਅਤੇ ਸਾਧ ਥੋੜ੍ਹਾ ਜਿਹਾ ਕਰਨੀ ਵਾਲਾ ਸੀ। ਉਹਦੇ ਨੂੰ ਤਰਸ ਆ ਗਿਆ ਉਹਨੂੰ ਵੇਖ ਕੇ ਵੀ ਹਾਂ ਇਹ ਬੰਦਾ ਬੜੀ ਬੁਰੀ ਹਾਲਤ ਦੇ ਵਿੱਚ ਹੈ। ਉਹਨੂੰ ਤਰਸ ਆ ਗਿਆ, ਸਾਨੂੰ ਵੀ ਕਿਤੇ ਆ ਜਾਂਦਾ, ਸਾਡਾ ਵੱਸ ਨਹੀਂ ਚੱਲਦਾ। ਉਹਨੂੰ ਤਰਸ ਆ ਗਿਆ ਤਾਂ ਉਹਨੇ ਕੀ ਕੀਤਾ, ਉਹਨੇ ਉਸ ਰੋਗੀ ਨੂੰ ਠੀਕ ਕਰ ਦਿੱਤਾ। ਰੋਗੀ ਨੂੰ ਠੀਕ ਕਰ ਦਿੱਤਾ, ਸਾਧ ਚੱਲ ਗਿਆ। ਸਾਧ ਆਪਣੇ ਮਨ ਦੇ ਵਿੱਚ ਖੁਸ਼ ਵੀ ਹਾਂ ਮੈਂ ਬੰਦਾ ਠੀਕ ਕਰ ਦਿੱਤਾ। ਉਹ ਜਦੋਂ 6 ਮਹੀਨਿਆਂ ਬਾਅਦ ਘੁੰਮ ਕੇ ਫਿਰ ਉਹ ਸਾਧ ਵਾਪਸ ਆਇਆ, ਉਹ ਰੋਗੀ ਫਿਰ ਰੋਗੀ, ਉਹ ਫਿਰ ਉਸੇ ਹੀ ਹਾਲਤ ਦੇ ਵਿੱਚ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਭਾਈ ਵੀਰ ਸਿੰਘ ਕਹਿੰਦੇ ਨੇ ਵੀ ਇਹਨੇ ਕੀਤਾ ਕੀ, ਇੱਥੇ ਗਲਤ ਕੌਣ ਹੈ? ਸਾਧ ਗਲਤ ਹੋ ਗਿਆ ਕਿ ਉਹ ਬੰਦਾ ਗਲਤ ਹੈ? ਅਤੇ ਉਹ ਜਿਹੜੇ ਸਿੱਖ ਸੀ ਨਾ, ਕਹਿੰਦੇ ਵੀ ਮਹਾਰਾਜ ਸਾਧ ਤਾਂ ਗਲਤ ਨਹੀਂ ਹੋ ਸਕਦਾ, ਉਹਨਾਂ ਤਾਂ ਸਗੋਂ ਭਲਾ ਕੀਤਾ ਸੀ। ਸਤਿਗੁਰੂ ਕਹਿੰਦੇ ਬਸ ਸਾਡਾ ਇਹੀ ਫਰਕ ਹੈ, ਸਾਨੂੰ ਲੱਗਦਾ ਵੀ ਅਸੀਂ ਇੱਥੇ ਕਿਤੇ ਭਲਾ ਕਰਕੇ ਖਤਮ ਹੋ ਜਾਂਦੇ ਹਾਂ। ਜਿਹੜੀਆਂ ਬਿਮਾਰੀਆਂ ਕਰਕੇ ਬੰਦਾ ਜ਼ਿਆਦਾ ਅੱਗੇ ਡਿੱਗਦਾ ਹੈ, ਜਿਹੜੀਆਂ ਗਲਤੀਆਂ ਕਰਕੇ ਬੰਦਾ ਫਿਰ ਬਿਮਾਰੀਆਂ ਸਹੇੜ ਲੈਂਦਾ ਹੈ, ਅਸੀਂ ਉਹ ਗਲਤੀਆਂ ਨਹੀਂ ਬੰਦੇ ਦੀਆਂ ਖਤਮ ਕਰਦੇ, ਅਸੀਂ ਬਸ ਉੱਤੋਂ ਤੋਂ ਕਵਰ ਲਾ ਦਿੰਦੇ ਹਾਂ ਥੋੜ੍ਹੇ ਜਿਹੇ ਚਿਰ ਦੇ ਲਈ। ਅਤੇ ਫਿਰ ਕੀ ਹੁੰਦਾ ਹੈ, ਸਾਧ ਨੇ ਕੀ ਕੀਤਾ, ਉਹਦੀ ਬਿਮਾਰੀ ਤਾਂ ਠੀਕ ਕਰ ਦਿੱਤੀ, ਪਰ ਕੀ ਜਿਹੜੀ ਚੀਜ਼ ਕਰਕੇ ਬਿਮਾਰੀ ਉਹਨੂੰ ਫਿਰ ਪੈਦਾ ਹੋਈ ਹੈ ਉਹਦਾ ਇਲਾਜ ਨਹੀਂ ਕੀਤਾ। ਹੁਣ ਕੀ ਹੋ ਗਿਆ, ਜਿੰਨੀ ਵਾਰ ਵੀ ਸਾਧ ਇਲਾਜ ਕਰੇਗਾ ਉਨੀ ਵਾਰ ਉਹ ਠੀਕ ਤੇ ਹੋਈ ਜਾਵੇਗਾ, ਪਰ ਸਾਧ ਪਰਮਾਨੈਂਟ ਇਲਾਜ ਨਹੀਂ ਕਰ ਸਕਦਾ, ਕਿਉਂਕਿ ਅਜੇ ਵੀ ਉਹਦੀ ਜੜ ਉਹਦੇ ਅੰਦਰ ਪਈ ਹੋਈ ਹੈ।
ਜਿੰਨੀ ਵਾਰ ਵੀ ਮੈਨੂੰ ਲੱਗੇਗਾ, ਇਹਦਾ ਮਤਲਬ ਇਹ ਨਾ ਸੋਚ ਲੈਣਾ, ਮੈਨੂੰ ਮਾਫ਼ ਕਰਿਓ, ਵੀ ਅਸੀਂ ਇਹ ਕਹਿ ਦਈਏ ਵੀ ਛੱਡ ਦਿਓ ਰੋਟੀ ਖਾਣੀ ਅਤੇ ਛੱਡ ਦਿਓ ਕੱਪੜੇ ਪਾਉਣੇ, ਛੱਡ ਦਿਓ ਚੰਗਿਆਂ ਘਰਾਂ 'ਚ ਰਹਿਣਾ। ਨਹੀਂ, ਇਹ ਨਹੀਂ ਇਹਦਾ ਮਤਲਬ। ਪਰ ਇਹਦਾ ਮਤਲਬ ਕਿਤੇ ਵੀ ਇਹ ਨਹੀਂ ਬਣਦਾ ਵੀ ਇੰਨੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਅਸੀਂ ਸੁਖੀ ਹੋਵਾਂਗੇ ਹੀ ਹੋਵਾਂਗੇ। ਇੱਥੋਂ ਦੇ ਜਿਹੜੇ ਲੋਕ ਨੇ ਨਾ, ਉਹਨਾਂ ਦੀ ਪਰ ਮੰਥ ਜਿਹੜੀ ਇਨਕਮ ਆ ਉਹ ਪਿੰਡਾਂ ਦੇ ਲੋਕਾਂ ਦੇ ਨਾਲੋਂ ਬਹੁਤ ਜ਼ਿਆਦਾ ਹੈ। ਤੁਸੀਂ ਵੇਖਦੇ ਜੇ, ਸੋਚਿਆ ਤੁਹਾਨੂੰ ਵੀ ਪਤਾ ਹੋਵੇਗਾ, ਜ਼ਿਆਦਾ ਹੈ ਬਹੁਤ। ਪਰ ਮੈਂ ਇਮਾਨਦਾਰੀ ਦੇ ਨਾਲ ਇਸ ਗੱਲ ਨੂੰ ਕਹਿ ਦੇਵਾਂ, ਇਹ ਨਹੀਂ ਵੀ ਕਿਸੇ ਨੂੰ ਆਪਾਂ ਸੁਣਾ ਕੇ ਕਹਿਣ ਵਾਲੀ ਗੱਲ ਹੈ। ਜਿੱਦਾਂ ਦੀਆਂ ਬਿਮਾਰੀਆਂ ਇੱਥੋਂ ਦੇ ਲੋਕਾਂ ਨੂੰ ਹੋਈਆਂ ਨੇ, ਪਿੰਡਾਂ ਵਾਲਿਆਂ ਨੇ ਸੁਣੀਆਂ ਵੀ ਨਹੀਂ ਨੇ ਉਹ ਬਿਮਾਰੀਆਂ। ਕੀ ਕਰਾਂਗੇ, ਇਨਕਮ ਹੀ ਸਾਰਾ ਕੁਝ ਹੁੰਦੀ ਹੈ। ਇਨਕਮ ਤੇ ਸਮਝ ਲਓ ਵੀ ਛੋਟਾ ਜਿਹਾ ਸੋਰਸ ਹੈ, ਪਰ ਕਿੰਨੇ ਸਾਡੇ ਸੁੱਖ, ਸਾਡੇ ਰੋਗ ਬਣੀ ਜਾਂਦੇ ਨੇ। ਹਰ ਇੱਕ ਸੁੱਖ, ਹਰ ਇੱਕ ਸੁੱਖ। ਆ ਪਹਿਲਾਂ ਸਿੱਧੀ ਜੀ ਗੱਲ ਹੈ, ਮੋਬਾਈਲ ਦੀ ਗੱਲ ਹੀ ਕਰ ਲਈਏ, ਬੜਾ ਸੁੱਖ ਦੇਣ ਵਾਲੀ ਚੀਜ਼ ਹੈ, ਪਰ ਸਾਡੇ ਲਈ ਅੱਜ ਕੱਲ੍ਹ ਕੀ ਹੋ ਗਿਆ, ਐਡਿਕਸ਼ਨ ਹੋ ਗਈ ਹੈ ਸਾਨੂੰ। ਸਾਡੇ ਲਈ ਉਹੀ ਰੋਗ ਬਣੀ ਜਾਂਦਾ। ਕਿੰਨਿਆਂ ਦੇ ਹਾਲ ਮਾੜੇ ਹੋ ਗਏ ਮੋਬਾਈਲ ਦੇ ਕਰਕੇ। ਮਹਾਰਾਜ ਕੀ ਕਹਿੰਦੇ ਨੇ, ਜਿਹਨੂੰ ਮੈਂ ਕਹਿੰਦਾ ਹਾਂ ਨਾ ਵੀ ਰੱਬਾ ਦੁੱਖ ਹੈ, ਇਹ ਤਾਂ ਮੈਨੂੰ ਹੋਣਾ ਹੀ ਨਹੀਂ ਚਾਹੀਦਾ। ਸਤਿਗੁਰੂ ਕਹਿੰਦੇ ਧਿਆਨ ਦੇ ਨਾਲ ਸੋਚੋ, ਉਹੀ ਤੁਹਾਡੇ ਲਈ ਇਲਾਜ ਹੈ। ਕਸ਼ਟ ਕਿਉਂ ਨਹੀਂ ਦਿੰਦੇ ਸਰੀਰ ਨੂੰ? ਜੇ ਕਿਰਤ ਕਰਨੀ ਪੈ ਰਹੀ ਹੈ ਤਾਂ ਦਿੱਕਤ ਕਾਹਦੀ ਹੈ? ਦਰਦ ਕਿਉਂ ਹੋ ਰਿਹਾ ਵੀ ਹਾਏ ਮੈਨੂੰ ਕੰਮ ਕਰਨਾ ਪੈ ਗਿਆ, ਮੈਂ ਕਿਉਂ ਕੰਮ ਕਰਾਂ, ਮੈਨੂੰ ਕਿਉਂ ਹਿੱਲਣਾ ਪੈ ਜਾਵੇ? ਅਸੀਂ ਸਰੀਰ ਨੂੰ ਤੋੜਨਾ ਹੀ ਨਹੀਂ ਚਾਹੁੰਦੇ। ਤੇ ਸਮੇਤ ਮੇਰੇ ਗੱਲਾਂ ਮੈਂ ਕਰਦਾ ਉਸ ਬਾਬੇ ਦੀਆਂ ਜਿਹਨੇ ਉਹ ਏਸ਼ੀਆ ਵੀ ਘੁੰਮ ਲਿਆ, ਜਿਹਨੇ ਅਰਬ ਵੀ ਘੁੰਮ ਲਿਆ, ਤਾਂ ਮੈਨੂੰ 1.5 ਕਿਲੋਮੀਟਰ ਤੁਰਨਾ ਪੈ ਜਾਵੇ, ਤੁਰ ਕੇ ਜਾਵਾਂਗਾ। ਇਹ ਹਾਲ ਹੈ ਮੇਰਾ। ਦੁੱਖ ਦਾਰੂ, ਮਰਦ ਕਹਿੰਦੇ ਇਸੇ ਦੁੱਖ ਨੇ ਸਾਡਾ ਇਲਾਜ ਬਣਨਾ ਹੈ। ਸੁੱਖ ਰੋਗ ਪਿਆ, ਸੁੱਖ ਨੇ ਸਾਡਾ ਰੋਗ ਬਣ ਜਾਣਾ ਹੈ। ਮੈਂ ਫਿਰ ਕਹਿ ਦੇਵਾਂ, ਜਿਹੜੀਆਂ ਚੀਜ਼ਾਂ ਮੈਨੂੰ ਅੱਜ ਸੁੱਖ ਲੱਗਦੀਆਂ ਨੇ ਨਾ, ਸੋਚ ਕੇ ਵੇਖਿਓ ਵੀ ਜੋ ਤੁਸੀਂ ਚਾਹੁੰਦੇ ਜੇ ਤੁਹਾਡੇ ਕੋਲ ਆ ਜਾਵੇ, ਅਸੀਂ ਕਿੱਦਾਂ ਦੇ ਹੋ ਜਾਵਾਂਗੇ। ਜੇ ਪੂਰਾ ਦੇਸ਼ ਇੱਦਾਂ ਸੋਚਵੇ ਵੀ ਮੇਰੇ ਕੋਲ ਬੈਠਿਆਂ ਰੋਟੀ ਆ ਜਾਵੇ, ਚਲੋ ਸਾਰਿਆਂ ਦੇ ਕੋਲ ਆਉਣ ਲੱਗ ਪਵੇ ਬੈਠਿਆਂ ਦੇ ਕੋਲ ਰੋਟੀ, ਬਾਹਰ ਕੌਣ ਨਿਕਲੇਗਾ? ਅਤੇ ਜੇ ਬਾਹਰ ਕੋਈ ਨਾ ਵੀ ਨਿਕਲੇ, ਫਿਰ ਸਾਡੀ ਦੇਸ਼ ਦੀ ਹਾਲਤ ਕੀ ਹੋ ਜਾਵੇਗੀ? ਕੌਣ ਸੰਭਾਲੇਗਾ ਇਹਨਾਂ ਨੂੰ? ਇਸ ਕਰਕੇ ਸੁੱਖ ਰੋਗ ਪਿਆ। ਬਹੁਤਿਆਂ ਨੇ ਜਿਹੜੇ ਅੱਜ ਤੋਂ 10-15 ਸਾਲ ਪਹਿਲਾਂ ਸੁੱਖ ਲਏ ਨੇ ਨਾ, ਅੱਜ ਉਹਨਾਂ ਦਾ ਰਿਜ਼ਲਟ ਵੇਖਿਓ ਵੀ ਕੀ ਰੂਪ ਬਣ ਕੇ ਨਿਕਲਦਾ ਪਿਆ। ਉਹਨਾਂ ਦੇ ਸੁੱਖਾਂ ਨੇ ਉਹਨਾਂ ਨੂੰ ਕੀ ਮੂੰਹ ਵਿਖਾ ਦਿੱਤਾ ਹੈ। ਜਿਹੜੇ ਕਹਿੰਦੇ ਸੀ ਨਾ ਅਸੀਂ ਨਹੀਂ ਕਿਸੇ ਦੀ ਮੰਨੀ, ਅਸੀਂ ਤਾਂ ਮਰਜ਼ੀਆਂ ਕੀਤੀਆਂ ਨੇ, ਹੁਣ ਉਹਨਾਂ ਨੇ ਪੁੱਛ ਕੇ ਜਿਹਨਾਂ ਨੇ ਮਰਜ਼ੀਆਂ ਕੀਤੀਆਂ ਨੇ ਅੱਜ ਕਿਸ ਹਾਲਤ ਦੇ ਵਿੱਚ ਜਿਉਂਦੇ ਪਏ ਨੇ। ਸੋਚ ਕੇ ਵੇਖਿਓ, ਕਿਤੇ ਤੁਹਾਡੇ ਲਾਗੇ ਬਹੁਤ ਲੋਕ ਤੁਹਾਨੂੰ ਮਿਲ ਜਾਣਗੇ, ਕਿਸੇ ਦੂਸਰੇ ਦੇ ਬਾਰੇ ਨਹੀਂ। ਸਾਡੇ ਤੁਹਾਡੇ ਵਰਗੇ ਨੂੰ ਤਾਂ ਫਿਰ ਵੀ ਕਦੀ ਮਾਂ ਪਿਓ ਨੇ ਕਹਿ ਦਿੱਤਾ ਵੀ ਆਹ ਨਹੀਂ ਕਰਨਾ, ਅਤੇ ਅਸੀਂ ਸੋਚਦੇ ਹਾਂ ਲੈ ਹਰ ਗੱਲ 'ਤੇ ਮਾਂ ਪਿਓ ਰੋਕ ਲੈਂਦੇ ਨੇ। ਅਸੀਂ ਸੋਚਦੇ ਹਾਂ ਵੀ ਗੁਰਦੁਆਰਾ ਸਾਨੂੰ ਆਹ ਵੀ ਨਹੀਂ ਕਰਨ ਦਿੰਦਾ, ਸਾਨੂੰ ਗੁਰਦੁਆਰੇ ਵਾਲੇ ਉਹ ਨਹੀਂ ਕਰਨ ਦਿੰਦੇ, ਉਹ ਕਹਿੰਦੇ ਵੀ ਆਹ ਵੀ ਨਾ ਕਰੋ, ਆਹ ਵੀ ਨਾ ਕਰੋ। ਅਤੇ ਉਹ ਵੀ ਤਾਂ ਕਿੰਨੇ ਨੇ ਨਾ ਇਸ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਨਾ ਗੁਰਦੁਆਰੇ ਦੀ ਸੁਣੀ, ਨਾ ਮਾਂ ਪਿਓ ਦੀ ਸੁਣੀ। ਤੁਸੀਂ ਵੇਖ ਲੈਣਾ ਵੀ 10-15 ਸਾਲਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਕਿੱਥੇ ਚਲੀ ਗਈ ਹੈ ਅਤੇ ਸਾਡੀ ਜ਼ਿੰਦਗੀ ਕਿੱਥੇ ਚਲੀ ਗਈ ਹੈ। ਤੁਹਾਨੂੰ ਆਪਣੇ ਆਪ ਹੀ ਇਸ ਗੱਲ ਦਾ ਰਿਜ਼ਲਟ ਆ ਜਾਵੇਗਾ ਵੀ ਸੁੱਖ ਕਿੱਦਾਂ ਰੋਗ ਬਣ ਜਾਂਦਾ ਬੰਦੇ ਦਾ। ਸੁੱਖ ਰੋਗ ਪਿਆ ਜਾ ਸੁੱਖ ਤਾਮ ਨਾ ਹੋਈ। ਅਤੇ ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ, ਜੇ ਬਹੁਤਾ ਸੁੱਖ ਆ ਜਾਵੇ ਨਾ, ਫਿਰ ਵੀ ਤੈਨੂੰ ਭੁੱਲ ਜਾਂਦੇ ਆ, ਤੂੰ ਫਿਰ ਵੀ ਨਹੀਂ ਜ਼ਿੰਦਗੀ ਦੇ ਵਿੱਚ ਆਉਂਦਾ। ਮਹਾਰਾਜ ਜੀ ਨੇ ਸਾਨੂੰ ਸਮਝਾਇਆ ਸੀ, ਜਾਂ ਸੁੱਖ ਤਾਂ ਸ਼ਹੁਰਾਵਿਓ, ਦੁੱਖ ਵੀ ਸੰਭਾਲੇ ਹੋਏ, ਨਾਨਕ ਕਹੇ ਸਿਆਣੀਏ ਇਹ ਕੰਤ ਮਿਲਾਵਾ ਹੋਏ। ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ, ਉਹ ਭਾਈ ਜੇ ਸੁੱਖ ਹੈ ਨਾ ਤਾਂ ਸੁੱਖ ਵੇਲੇ ਵੀ ਚੇਤੇ ਰੱਖਿਓ, ਜੇ ਦੁੱਖ ਹੈ ਤਾਂ ਦੁੱਖ ਵੇਲੇ ਵੀ ਉਹਨੂੰ ਚੇਤੇ ਰੱਖਿਓ। ਪਰ ਉਹ ਰਜਨੀਸ਼ ਇੱਕ ਗੱਲ ਨੂੰ ਕਹਿੰਦੇ ਹੁੰਦੇ, ਕਹਿੰਦੇ ਵੀ ਦੁਖੀ ਹੋਈਏ ਤੇ ਸਾਨੂੰ ਮੰਦਰ ਨਜ਼ਰ ਆ ਜਾਂਦਾ, ਸੁਖੀ ਹੋਈਏ ਤੇ ਅਸੀਂ ਸੋਚਦੇ ਵੀ ਛੱਡ ਪਰਾਂ ਸੁੱਖ ਆ ਗਿਆ, ਹੁਣ ਅਸੀਂ ਕੀ ਕਰਨਾ ਪਾਠ ਕਰਕੇ, ਸੁੱਖ ਮਿਲ ਗਿਆ, ਸਾਨੂੰ ਕੀ ਲੋੜ ਹੈ ਪਾਠ ਕਰਨ ਦੀ। ਜਾਂ ਸੁੱਖ ਤਾਮ ਨਾ ਹੋਈ, ਜਦੋਂ ਬਹੁਤਾ ਸੁੱਖ ਆ ਗਿਆ ਹੈ ਤੂੰ ਉਦੋਂ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਗਟ ਵੀ ਨਹੀਂ ਹੁੰਦਾ। ਪਰ ਨਾਲ ਕੀ ਹੈ, ਤੂੰ ਕਰਤਾ ਕਰਨਾ ਮੈਂ ਨਹੀਂ, ਸਾਰਾ ਕੁਝ ਕਰਨ ਵਾਲਾ ਤੂੰ ਹੈ। ਇਹਨਾਂ ਕਾਰਨਾਂ ਨੂੰ ਬਣਾਉਣ ਵਾਲਾ ਵੀ ਦੁੱਖ ਕਿੱਦਾਂ ਸੁੱਖ 'ਚ ਬਦਲ ਜਾਂਦੇ ਨੇ, ਸੁੱਖ ਕਿੱਦਾਂ ਦੁੱਖ 'ਚ ਬਦਲ ਜਾਂਦੇ ਨੇ, ਤੂੰ ਕਰਤਾ, ਇਹਨਾਂ ਸਾਰਿਆਂ ਨੂੰ ਕਰਨ ਵਾਲਾ ਤੂੰ ਹੈ। ਕਰਨਾ ਮੈਂ ਨਹੀਂ, ਮੈਂ ਕੁਝ ਵੀ ਕਰਨ ਵਾਲਾ ਨਹੀਂ ਹਾਂ, ਮੇਰੀ ਕੀ ਤਾਕਤ ਹੈ ਮੈਂ ਇਹਨਾਂ ਦੇ ਵਿੱਚ ਇੰਟਰਫੇਅਰ ਕਰ ਸਕਾਂ। ਕਰਨਾ ਮੈਂ ਨਹੀਂ, ਜਾਂ ਹਉ ਕਰੀ ਨਾ ਹੋਈ। ਅਤੇ ਜੇ ਮੈਂ ਕੁਝ ਕਰਨ ਦੀ ਕੋਸ਼ਿਸ਼ ਵੀ ਕਰਾਂ ਵੀ ਨਹੀਂ, ਜਿਹੜਾ ਮੈਨੂੰ ਸੁੱਖ ਲੱਗਦਾ ਹੈ ਮੈਂ ਇਹਨੂੰ ਸੁੱਖ ਹੀ ਬਣਾ ਛੱਡਾਂਗਾ, ਸਤਿਗੁਰੂ ਕਹਿੰਦੇ ਨਹੀਂ ਕੁਝ ਬਣਦਾ, ਆਪਣੇ ਵੱਸ ਦੀ ਗੱਲ ਹੀ ਨਹੀਂ ਹੈ। ਜਾਂ ਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ। ਮਹਾਰਾਜ ਕਹਿੰਦੇ ਇਹ ਵਾਹਿਗੁਰੂ, ਇਹ ਕੁਦਰਤ ਦੇ ਵਿੱਚ ਵਸ ਰਹੇ ਰੱਬ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ। ਕਿਉਂ? ਤੇਰਾ ਅੰਤ ਨਾ ਜਾਈ ਲਖਿਆ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਇਸ ਕਰਕੇ ਨਹੀਂ ਪਾਇਆ ਜਾ ਸਕਦਾ, ਮਹਾਰਾਜ ਨੇ ਪਿੱਛੇ ਗੱਲ ਬੋਲੀ ਹੈ ਵੀ ਭਾਈ ਰੱਬ ਨੇ ਤਾਂ ਖੇਡ ਹੀ ਘੁਮਾ ਕੇ ਰੱਖ ਦਿੱਤੀ ਹੈ। ਬਾਬਾ ਕਬੀਰ ਦਾ ਇੱਕ ਸ਼ਬਦ ਆਉਂਦਾ ਹੈ,
ਸੱਚੇ ਪਾਤਸ਼ਾਹ ਵੀ ਤੇਰੇ ਬਾਰੇ ਸਮਝਣਾ ਬੜਾ ਔਖਾ ਹੈ। 2 ਮਿੰਟ ਪਹਿਲਾਂ ਬੰਦਾ ਉੱਚੀ ਉੱਚੀ ਹੱਸ ਰਿਹਾ ਹੁੰਦਾ ਹੈ, ਉਹੀ ਉੱਚੀ ਉੱਚੀ ਹੱਸਣ ਵਾਲੇ ਬੰਦੇ ਨੂੰ ਇੱਕ ਛੋਟੀ ਜਿਹੀ ਗੱਲ ਕੋਈ ਉਹਦੇ ਕੰਨ ਦੇ ਵਿੱਚ ਆ ਕੇ ਕਰਦਾ, ਉਹ ਬੰਦਾ ਏਡੀ ਉੱਚੀ ਰੋਣ ਲੱਗ ਪੈਂਦਾ ਵੀ 2 ਮਿੰਟ ਪਹਿਲਾਂ ਤੇ ਇੰਨਾ ਹੱਸਦਾ ਪਿਆ ਸੀ, ਇਹਨੂੰ ਕੀ ਹੋ ਗਿਆ। ਹੱਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਇੱਕ ਪਲ ਦੇ ਵਿੱਚ ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਕਿੰਨੇ ਦੇ ਨਾਲ ਵਾਪਰ ਗਿਆ। ਉਹਨਾਂ ਨੂੰ ਕਿਹਾ ਵੀ ਬਹੁਤਾ ਹੱਸੀਦਾ ਨਹੀਂ ਹੋਈਦਾ, ਅੱਗੋਂ ਕਹਿੰਦੇ ਵੀ ਜਾਓ ਆਪਣਾ ਕੰਮ ਕਰੋ ਜਾ ਕੇ, ਅਸੀਂ ਤਾਂ ਇੱਦਾਂ ਹੀ ਕਰਨਾ। ਤੇ ਫਿਰ ਜਦੋਂ ਲੋਕਾਂ ਨੇ ਕਿਹਾ ਵੀ ਹੁਣ ਕੀ ਹੋ ਗਿਆ, ਹੁਣ ਹਾਸਾ ਅੰਦਰੋਂ ਹੋਣਾ ਹੀ ਬੰਦ ਹੋ ਗਿਆ। ਕੁਦਰਤ ਨੇ ਇੱਦਾਂ ਦੇ ਕਾਰਨ ਵਰਤਾ ਦਿੱਤੇ। ਤੇਰਾ ਅੰਤ ਨਾ ਜਾਈ ਲਖਿਆ, ਜਾਤ ਮਹਿ ਜੋਤ। ਜਾਤ ਦਾ ਮਤਲਬ ਜਾਤੀ। ਅੱਜ ਜਿੰਨੇ ਅਸੀਂ ਬੈਠੇ ਹੋਏ ਹਾਂ ਪੂਰੀ ਮਨੁੱਖਤਾ, ਇਸ ਸਾਰੀ ਦੇ ਵਿੱਚ ਕੀ ਹੈ, ਰੱਬ ਦੀ ਜੋਤ। ਜਾਤ ਮਹਿ ਜੋਤ। ਜਿੰਨੀਆਂ ਜਾਤੀਆਂ ਨੇ, ਮਤਲਬ ਆ ਮਨੁੱਖਾ ਜਾਤੀ, ਪਸ਼ੂਆਂ ਦੀ ਜਾਤੀ, ਦਰਖਤਾਂ ਦੀ ਜਾਤੀ। ਇੱਥੇ ਜਾਤੀ ਦਾ ਮਤਲਬ ਹਿੰਦੂ ਬ੍ਰਾਹਮਣ ਨਹੀਂ ਹੈ ਜਾਂ ਸ਼ੂਦਰ ਮੁਸਲਮਾਨ ਵਾਲਾ ਉਹ ਚੱਕਰ ਨਹੀਂ ਹੈ। ਮਨੁੱਖਾ ਜਾਤੀ, ਜਿੱਦਾਂ ਅਸੀਂ ਇੱਕ ਗੱਲ ਕਰਦੇ ਨਾ ਵੀ ਆਮ ਨਾਮ, ਉਹ ਜਿਹਦੇ ਵਿੱਚ ਉਹਦੇ ਦਰਖਤ ਆ ਜਾਂਦੇ ਨੇ, ਦਰਖਤਾਂ ਦੀ ਜਾਤ ਹੈ ਜੀ, ਇਹ ਮਨੁੱਖਾਂ ਦੀ ਜਾਤ ਹੈ, ਇਹ ਪਹਾੜਾਂ ਦੀ ਜਾਤ ਹੈ। ਇੱਦਾਂ ਜਿੰਨੀ ਵੀ ਜਾਤੀ ਹੈ, ਹਜ਼ੂਰ ਕਹਿੰਦੇ ਜਾਤ ਮਹਿ ਜੋਤ। ਇਸ ਸਾਰੀ ਦੇ ਵਿੱਚ ਮਾਲਕ ਦੀ ਜੋਤ ਹੈ। ਤੇ ਫਿਰ ਜੋਤ ਮਹਿ ਜਾਤਾ। ਹਜ਼ੂਰ ਕਹਿੰਦੇ ਇਸ ਜੋਤ ਦੇ ਵਿੱਚੋਂ ਹੀ, ਇਸ ਜੋਤ ਦੇ ਦੁਆਰਾ ਹੀ ਉਸ ਮਾਲਕ ਨੂੰ ਜਾਣਿਆ ਜਾ ਸਕਦਾ ਹੈ। ਜੇ ਜੋਤ ਹੀ ਨਾ ਹੋਵੇ ਤਾਂ ਅਸੀਂ ਕਾਹਦੇ ਜੋਗੇ। ਹਜ਼ੂਰ ਕਹਿੰਦੇ ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਅਕਲ ਦਾ ਅਰਥ ਹੁੰਦਾ ਹੈ ਜਿਹੜੀ ਕਲ ਹੁੰਦੀ ਹੈ ਤਾਕਤ, ਬੇਸ਼ੁਮਾਰ। ਵੈਸੇ ਇਹਦਾ ਇੱਕ ਅਰਥ ਇਹ ਵੀ ਹੁੰਦਾ ਹੈ ਜਿਹੜਾ ਚੰਦਰਮਾ ਹੁੰਦਾ ਹੈ ਨਾ, ਉਹ ਦਿਨ ਦੇ ਵਿੱਚ ਵੱਧਦਾ ਰਹਿੰਦਾ ਹੈ, ਉਹਨੂੰ ਕਹਿੰਦੇ ਚੰਦਰਮਾ ਆਪਣੀ ਕਲਾ ਵਧਾ ਰਿਹਾ ਹੈ। ਕਲਾ ਵਧਾਉਣਾ, ਤਾਕਤ ਵਧਾਉਣਾ। ਪਰ ਹੁਣ ਇੱਥੇ ਜਦੋਂ ਅਕਲ ਕਿਹਾ ਜਾਂਦਾ ਹੈ ਤੇ ਇਹਦਾ ਮਤਲਬ ਹੈ ਵੀ ਤੂੰ ਬੇਸ਼ੁਮਾਰ ਹੈ। ਚੰਦਰਮਾ ਦੇ ਵਿੱਚ ਤੇ 16 ਦਿਨਾਂ ਦੀ ਤਾਕਤ ਮੰਨੀ ਜਾਂਦੀ ਨਾ, ਵੀ 16 ਕਲਾ ਚੰਦਰਮਾ ਦੀਆਂ। ਮਹਾਰਾਜ ਜਦੋਂ ਕਹਿੰਦੇ ਨਾ ਵੀ ਅਕਲ ਕਲਾ, ਮਤਲਬ ਅਣਗਿਣਤ ਕਲਾ ਨੇ ਤੇਰੇ ਵਿੱਚ, ਗਿਣੀਆਂ ਹੀ ਨਹੀਂ ਜਾ ਸਕਦੀਆਂ। ਚੰਦਰਮਾ ਦੀ ਗਿਣਤੀ 16 ਤੱਕ ਹੈ, ਪਰ ਤੇਰੇ ਲਈ ਇੱਕ 16 ਦੇ ਉੱਤੇ ਗਿਣਤੀ ਨਹੀਂ ਮੁੱਕ ਜਾਂਦੀ। ਤੂੰ ਬੇਸ਼ੁਮਾਰ ਹੈ। ਅਕਲ ਕਲਾ, ਅਣਗਿਣਤ ਕਲਾਵਾਂ ਵਾਲਾ ਹੈ ਤੂੰ। ਭਰਪੂਰ ਰਹਿਆ। ਹਜ਼ੂਰ ਕਹਿੰਦੇ ਨੇ ਸਾਰਿਆਂ ਦੇ ਵਿੱਚ ਤੂੰ ਪਰਿਪੂਰਨ ਹੈ, ਔਰ ਥੋੜਾ ਬਹੁਤਾ ਨਹੀਂ, ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਭਰਪੂਰ ਰਹਿਆ ਤੂੰ ਸੱਚਾ ਸਾਹਿਬ। ਹਜ਼ੂਰ ਕਹਿੰਦੇ ਨੇ ਹਮੇਸ਼ਾ ਕਾਇਮ ਰਹਿਣ ਵਾਲਾ ਤੂੰ ਮਾਲਕ ਹੈ। ਸਿਫਤ ਸਵਾਲਿਓ, ਤੇਰੀ ਸਿਫਤ ਕਰਨੀ ਬੜੀ ਸੋਹਣੀ ਗੱਲ ਹੈ। ਸ਼ਰਤ ਇਹ ਹੈ ਕਿ ਸਿਫਤ ਕਰਨੀ ਆ ਜਾਵੇ। ਅਸੀਂ ਸਿਫਤ ਰੱਬ ਦੀ ਤੇ ਘੱਟ ਹੀ ਕਰਦੇ ਹਾਂ, ਆਪਣੇ ਗੁਣ ਜ਼ਿਆਦਾ ਗਾ ਕੇ ਚਲੇ ਜਾਂਦੇ ਹਾਂ। ਉਹ ਇਹ ਵੀ ਸਮਝਣ ਵਾਲੀ ਬੰਦਗੀ ਹੈ ਸਾਡੇ ਲਈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਬਸ ਜਿਹਨੂੰ ਇਹ ਸਿਫਤ ਕਰਨੀ ਆ ਗਈ, ਸਤਿਗੁਰੂ ਕਹਿੰਦੇ ਉਹ ਪਾਰ ਹੋ ਜਾਂਦਾ ਹੈ, ਉਹ ਅੱਗੇ ਨਿਕਲ ਗਿਆ। ਫਿਰ ਕਹੋ ਨਾਨਕ ਕਰਤੇ ਕੀਆਂ ਬਾਤਾਂ। ਅਸੀਂ ਕੀ ਕਹਿਣਾ ਹੈ, ਤੂੰ ਇਸ ਗੱਲ ਨੂੰ ਨਾ ਸੋਚ ਵੀ ਆਹ ਬੜਾ ਦੁੱਖ ਲੱਗ ਗਿਆ, ਆਹ ਬੜਾ ਸੁੱਖ ਲੱਗ ਗਿਆ। ਮਹਾਰਾਜ ਕਹਿੰਦੇ ਚੱਲੀ ਜਾਣਾ ਜ਼ਿੰਦਗੀ ਦੇ ਵਿੱਚ ਨਾਲ। ਤੂੰ ਕੀ ਕਰਨਾ ਹੈ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਤੂੰ ਸਿਰਫ ਰੱਬ ਦੀਆਂ ਗੱਲਾਂ ਕਹਿ, ਰੱਬ ਦੀਆਂ ਗੱਲਾਂ ਬੋਲ। ਮਤਲਬ ਤੇਰਾ ਧਿਆਨ ਉਹਦੇ ਵੱਲ ਹੋਵੇ ਵੀ ਉਹ ਕਿਹੜੀਆਂ ਖੇਡਾਂ ਤੇਰੇ ਨਾਲ ਖੇਡਦਾ ਪਿਆ ਹੈ। ਜੋ ਕੁਛ ਕਰਨਾ ਸੋ ਕਰ ਰਿਹਾ, ਜੋ ਕੁਝ ਉਹਨੇ ਕਰਨਾ ਹੈ ਉਹ ਕਰਦਾ ਹੀ ਪਿਆ ਹੈ। ਆਪਣੀ ਖੇਡ ਉਹ ਲਗਾਤਾਰ ਖੇਡੀ ਜਾ ਰਿਹਾ ਹੈ। ਉਹਦੀ ਖੇਡ ਦੇ ਵਿੱਚ ਮੈਨੂੰ ਇੰਝ ਲੱਗਦਾ ਵੀ ਮੈਂ ਬੜਾ ਦੁਖੀ ਹੋ ਗਿਆ, ਉਹਦੀ ਖੇਡ ਦੇ ਵਿੱਚ ਮੈਨੂੰ ਇੰਝ ਲੱਗਦਾ ਵੀ ਮੈਂ ਬੜਾ ਸੁਖੀ ਹੋ ਗਿਆ ਹਾਂ। ਅਸਲ ਦੇ ਵਿੱਚ ਉਹ ਖੇਡੀ ਜਾ ਰਿਹਾ ਹੈ। ਮੁੱਖ ਵਿਚਾਰ ਜਿਹੜੀ ਇਸ ਸ਼ਲੋਕ ਦੇ ਵਿੱਚ ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਉਹ ਇਹ ਹੈ ਕਿ ਭਾਈ ਮਾਲਕ ਦੀ ਖੇਡ ਇੱਦਾਂ ਦੀ ਹੈ। ਸਤਿਗੁਰੂ ਕਹਿੰਦੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਵਾਹਿਗੁਰੂ ਦੁੱਖ ਜਿਹੜਾ ਹੈ ਉਹ ਜੀਵ ਲਈ ਇਲਾਜ ਬਣ ਜਾਂਦਾ ਹੈ, ਤੇ ਜਿਹੜਾ ਸੁੱਖ ਹੈ ਉਹ ਬੰਦੇ ਲਈ ਰੋਗ ਬਣ ਜਾਂਦਾ ਹੈ। ਬਹੁਤੇ ਦੁਖੀ ਬੰਦੇ ਜਦੋਂ ਸ਼ੁਕਰ ਕਰਦੇ ਨੇ ਉਹਨਾਂ ਦੇ ਦਿਲ ਤੋਂ ਸ਼ੁਕਰ ਨਿਕਲਦਾ। ਬਹੁਤੇ ਸੁਖੀ ਬੰਦੇ ਜਦੋਂ ਜਿਹੜੇ ਨੇ ਸ਼ੁਕਰ ਕਰਦੇ ਨੇ ਨਾ ਤਾਂ ਫਾਰਮੈਲਿਟੀ ਕਰਦੇ ਹੁੰਦੇ ਨੇ। ਆਖਰੀ ਗੱਲ ਕਹਿ ਕੇ ਸਮਾਪਤੀ ਕਰਾਂਗਾ। ਦੁੱਖ ਜਿਹੜਾ ਹੁੰਦਾ ਨਾ ਸਾਨੂੰ ਨੇੜੇ ਕਰ ਦਿੰਦਾ। ਮਤਲਬ ਮੈਨੂੰ ਦੁੱਖ ਹੋਇਆ ਹੋਵੇਗਾ ਕਦੀ, ਤੇ ਮੇਰੇ ਨਾਲ ਦਾ ਦੁਖੀ ਕੋਈ ਹੋਰ ਹੋਵੇਗਾ ਤਾਂ ਮੈਨੂੰ ਪਤਾ ਹੋਵੇਗਾ ਵੀ ਇਹਨੂੰ ਦੁੱਖ ਹੈ, ਮੈਂ ਮਹਿਸੂਸ ਕਰ ਲਵਾਂਗਾ। ਪਰ ਤੁਸੀਂ ਸੋਚ ਕੇ ਵੇਖਿਓ, ਜਿਹਨੂੰ ਕਦੀ ਦੁੱਖ ਲੱਗਾ ਹੀ ਨਹੀਂ ਉਹ ਪਤਾ ਕੀ ਕਹਿੰਦਾ, ਇਹ ਤਾਂ ਪਖੰਡ ਕਰਦਾ ਪਿਆ। ਇਮਾਨਦਾਰੀ ਦੀ ਗੱਲ ਹੈ। ਜਦੋਂ ਜਵਾਨੀ ਦੇ ਵਿੱਚ ਸਾਨੂੰ ਬਹੁਤੀਆਂ ਬਿਮਾਰੀਆਂ ਨਹੀਂ ਲੱਗਦੀਆਂ ਨਾ, ਸਾਨੂੰ ਲੱਗਦਾ ਵੀ ਆ ਬਾਬੇ ਕਿੱਦਾਂ ਦੇ ਨੇ ਜਿਹਦੇ ਲਾਗੇ ਬਹਿ ਜਾਓ। ਕਈ ਕਹਿੰਦਾ ਮੇਰੇ ਗੋਡੇ ਦੁਖਦੇ, ਕੋਈ ਮੋਢੇ ਦੁਖਦੇ। ਮਤਲਬ ਕਾਰਨ ਕੀ ਹੈ ਵੀ ਇਹ ਤਾਂ ਦੁੱਖ ਹੀ ਦੱਸੀ ਜਾਂਦੇ ਨੇ ਅਜੇ, ਕਿਉਂਕਿ ਸਾਨੂੰ ਹੋ ਹੀ ਨਹੀਂ ਰਿਹਾ।
ਜਿੱਦਣ ਸਾਨੂੰ ਹੋ ਗਿਆ, ਸਾਨੂੰ ਪਤਾ ਲੱਗਦਾ ਵੀ ਨਹੀਂ ਬਾਬੇ ਸੱਚ ਹੀ ਕਹਿੰਦੇ ਸੀ ਵੀ ਹੁੰਦਾ ਵੀ ਹੈ। ਦੁੱਖ ਨੇੜੇ ਕਰ ਦਿੰਦਾ ਹੈ, ਦੁੱਖ ਨੇੜੇ ਕਰ ਦਿੰਦਾ। ਦੁੱਖ ਚੜ੍ਹਦੀ ਕਲਾ ਦੇ ਵਿੱਚ ਲੈ ਆਉਂਦਾ ਹੈ। ਦੁੱਖ ਬੁਰਾ ਨਹੀਂ ਹੈ, ਪਰ ਉਹਨੂੰ ਅਸੀਂ ਆਪਣੇ ਲਈ ਸਮਝਣਾ ਹੈ ਵੀ ਅਸੀਂ ਉਹਨੂੰ ਕਿੱਦਾਂ ਕਰਦੇ ਹਾਂ। ਆਖਰੀ ਗੱਲ ਹੋਰ ਕਹਿ ਦੇਵਾਂ, ਇੱਕ ਇਤਿਹਾਸ ਦੇ ਵਿੱਚੋਂ ਗੱਲ ਨਿਕਲੀ ਹੈ। ਵੇਖੋ, ਛੋਟੇ ਸਾਹਿਬਜ਼ਾਦੇ ਦਾ ਸ਼ਹੀਦੀ ਦਿਹਾੜਾ ਸੀ, ਮਨਾ ਕੇ ਹਟੇ ਹਾਂ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਸੀ ਨਾ, ਇੱਦਾਂ ਕਹਿ ਲਈਏ ਵੀ ਦੁੱਖ ਸਿੱਖਾਂ ਨੂੰ ਉਦੋਂ ਵੀ ਬੜਾ ਲੱਗਾ ਸੀ, ਪਰ ਉਸ ਦੁੱਖ ਦਾ ਦਾਰੂ ਕੀ ਬਣਿਆ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਜੰਗਾਂ ਕੀਤੀਆਂ ਅਤੇ 4 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕਰ ਲਈ। ਸਿੱਖਾਂ ਦੇ ਕੋਲ ਸ਼ਸਤਰ ਆ ਗਿਆ। ਇਹ ਦੁੱਖ ਨੇ ਸਿੱਖ ਲਿਆ ਵੀ ਇਹਨੂੰ ਇੱਦਾਂ ਦੁੱਖ ਨੂੰ ਬਰਦਾਸ਼ਤ ਕਰਨਾ ਸੀ। ਇਹਨੂੰ ਵੀ ਦੁੱਖ ਆ ਗਿਆ ਤਾਂ ਰੋਈ ਜਾਣਾ, ਉਹਦਾ ਦਾਰੂ ਕੀ ਬਣਾਉਣਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਜ਼ਿੰਦਗੀ ਦੇ ਵਿੱਚ ਕੀਤੀਆਂ। ਦੁਨੀਆ ਦੇ ਸਾਹਮਣੇ ਖਾਲਸਾ ਲਿਆ ਕੇ ਰੱਖ ਦਿੱਤਾ ਵੀ ਤੁਸੀਂ ਤੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਖਤਮ ਕਰਨਾ ਚਾਹੁੰਦੇ ਸੀ। ਆਹ ਵੇਖੋ, ਤੁਹਾਡੇ ਸਾਹਮਣੇ ਖਾਲਸਾ ਲੈ ਕੇ ਆ ਗਏ ਹਾਂ, ਕਿੰਨਿਆਂ ਕੁ ਨੂੰ ਖਤਮ ਕਰ ਲਵੋਗੇ? ਫਿਰ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਕਿੱਡਾ ਵੱਡਾ ਦੁੱਖ ਹੈ। ਤੁਸੀਂ ਵੇਖੋ ਕਿੱਦਾਂ ਗਾਥਾ ਸੁਣਾਈਆਂ ਜਾਂਦੀਆਂ ਨੇ, ਕਿੱਡਾ ਵੱਡਾ ਦੁੱਖ ਹੈ। ਪਰ ਸੋਚ ਕੇ ਵੇਖਿਓ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਲਗਭਗ 5 ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਕਾਇਮ ਕਰ ਦਿੰਦਾ ਹੈ। ਸਰਹੰਦ ਫਤਿਹ ਕਰ ਲਈ ਜਾਂਦੀ ਹੈ। ਉਹ ਕੀ ਹੁੰਦਾ ਹੈ? ਦੁੱਖ ਨੇ ਦਾਰੂ ਬਣ ਜਾਣਾ। ਦੁੱਖ ਦੇ ਵਿੱਚੋਂ ਅਸੀਂ ਆਪਣਾ ਆਪ ਨੂੰ ਬਾਹਰ ਕਿੱਦਾਂ ਲੈ ਕੇ ਆਉਂਦੇ ਹਾਂ ਵੀ ਹੁਣ ਇਹਦੇ ਵਿੱਚੋਂ ਅੱਗੇ ਕਿੱਦਾਂ ਨਿਕਲਣਾ ਹੈ। ਇੱਕ ਹੋਰ ਗੱਲ ਅਤੇ ਤਾਜ਼ੀ ਹੋ ਰਹੀ ਹੈ ਤੁਹਾਡੇ ਨੇੜੇ। ਪੰਜਾਬ ਅਤੇ ਹਰਿਆਣੇ ਦੇ ਸੰਬੰਧ ਬਹੁਤੇ ਵਧੀਆ ਨਹੀਂ ਸੀ ਪਹਿਲਾਂ, ਕਿਸੇ ਨਾ ਕਿਸੇ ਗੱਲ ਤੋਂ, ਕਿਉਂਕਿ ਨਿਕਲਿਆ ਤੇ ਹਰਿਆਣਾ ਪੰਜਾਬ ਦੇ ਵਿੱਚੋਂ ਹੀ ਹੈ। ਪਰ ਉਹ ਕੀ ਹੈ ਕਿ ਇੱਕ ਦੂਸਰੇ ਨੂੰ ਜਿੱਦਾਂ ਸਟੇਟ ਵੱਖਰੀ ਹੋ ਜਾਂਦੀ ਹੈ ਤੇ ਬਹੁਤਾ ਵਧੀਆ ਨਹੀਂ ਸੀ ਇੱਕ ਦੂਸਰੇ ਦੇ ਪ੍ਰਤੀ ਸੋਚਿਆ ਜਾਂਦਾ। ਹੁਣ ਆਏ ਤਾਂ ਦੁੱਖ ਦੀ ਖਾਤਰ ਹੀ ਨੇ ਨਾ, ਵੀ ਦੁੱਖ ਹੈ ਵੀ ਆਪਣੀਆਂ ਮੰਗਾਂ ਲੈ ਕੇ ਇੱਥੇ ਬੈਠਾ ਹੈ, ਭਾਵੇਂ ਪੰਜਾਬ ਬੈਠਾ ਭਾਵੇਂ ਹਰਿਆਣਾ ਬੈਠਾ। ਪਰ ਪਤਾ ਕੀ ਕਹਿੰਦੇ ਨੇ, ਇਸ ਦੁੱਖ ਦੇ ਵਿੱਚ ਇੱਕ ਚੀਜ਼ ਸੁੱਖ ਵਾਲੀ ਹੋ ਗਈ ਵੀ ਪੰਜਾਬ ਤੇ ਹਰਿਆਣਾ ਇਕੱਠੇ ਹੋ ਗਏ ਨੇ। ਉਹ ਕੀ ਹੋ ਗਿਆ? ਦੁੱਖ ਨੇ ਸੁੱਖ ਇਕੱਠਾ ਕਰ ਦਿੱਤਾ ਹੈ। ਦੁੱਖ ਨੇ ਸਾਨੂੰ ਸੁੱਖ ਵਾਲੇ ਪਾਸੇ ਲੈ ਕੇ ਆ ਗਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਦੁੱਖ ਨੂੰ ਇੱਦਾਂ ਵੀ ਨਾ ਪੇਸ਼ ਕਰੋ ਵੀ ਬਸ ਖਤਮ ਹੀ ਹੋ ਗਿਆ। ਦੁੱਖ ਨੇ ਦਾਰੂ ਬਣਨਾ ਹੈ, ਇਹਨੇ ਚੜ੍ਹਦੀ ਕਲਾ ਕਰਨੀ ਹੈ ਜ਼ਿੰਦਗੀ ਦੇ ਵਿੱਚ। ਸਤਿਗੁਰੂ ਕਿਰਪਾ ਕਰਨ, ਇਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।